ਜੈ ਮਸੀਹ ਦੀ ਪ੍ਰਭੂ ਯਿਸੂ ਮਸੀਹ ਦੇ ਮਹਾਨ ਤੇ ਪਵਿੱਤਰ ਨਾਮ ਵਿੱਚ ਆਓ ਅਸੀਂ ਅੱਜ ਪ੍ਰਭੂ ਯਿਸੂ ਦੇ ਬਚਨਾਂ ਦੇ ਵਿੱਚੋਂ ਪ੍ਰਭੂ ਯਿਸੂ ਦੇ ਆਖੇ ਹੋਏ ਬਚਨਾਂ ਵਿੱਚੋਂ ਸਿੱਖਾਂਗੇ, ਕਿਉਂਕਿ ਪ੍ਰਭੂ ਯਿਸੂ ਜੀ ਨੇ ਆਖਿਆ ਕਿ 3 ਦਿਨ ਅਤੇ 3 ਰਾਤ ਧਰਤੀ ਦੇ ਦਿਲ ਦੇ ਅੰਦਰ ਜਿਹੜਾ ਹੈ ਮਨੁੱਖ ਦਾ ਪੁੱਤਰ ਯਾਨੀ ਕਿ ਪਰਮੇਸ਼ਰ ਯਿਸੂ ਮਸੀਹ ਜੀ ਹੋਵੇਗਾ। ਇਸ ਲਈ ਇਸ ਭੇਤ ਨੂੰ ਬਹੁਤ ਸਾਰੇ ਲੋਕ ਜਦੋਂ ਬਿਆਨ ਕਰਦੇ ਹਨ ਤਾਂ ਉਹ ਆਪਣੇ ਆਪਣੇ ਗਿਆਨ ਨਾਲ ਕਈ ਤਰ੍ਹਾਂ ਨਾਲ ਦੱਸਦੇ ਹਨ, ਜਿਸ ਵਿੱਚ ਉਹ ਆਖਦੇ ਹਨ ਕਿ ਪ੍ਰਭੂ ਯਿਸੂ ਜੀ, ਕੋਈ ਆਖਦਾ ਹੈ ਕਿ ਪ੍ਰਭੂ ਯਿਸੂ ਜੀ ਬੁੱਧਵਾਰ ਨੂੰ ਸਲੀਬ ਉੱਤੇ ਚੜ੍ਹਾਏ ਗਏ, ਦੱਬੇ ਗਏ ਅਤੇ ਫਿਰ ਐਤਵਾਰ ਨੂੰ ਜੀ ਉੱਠੇ। ਅਤੇ ਕੁਝ ਵਿਦਵਾਨ ਆਪਣੇ ਗਿਆਨ ਨਾਲ ਇਹ ਲਿਖਦੇ ਹਨ ਕਿ ਪ੍ਰਭੂ ਯਿਸੂ ਮਸੀਹ ਜੀ ਵੀਰਵਾਰ ਨੂੰ ਮਰੇ ਅਤੇ ਦੱਬੇ ਗਏ ਅਤੇ ਐਤਵਾਰ ਨੂੰ ਜਿੰਦਾ ਹੋਏ। ਅਤੇ ਪਵਿੱਤਰ ਬਾਈਬਲ ਵਿੱਚੋਂ ਅਸੀਂ ਅੱਜ ਧਿਆਨ ਨਾਲ ਦੇਖਾਂਗੇ, ਜਦੋਂ ਕਿ ਪਵਿੱਤਰ ਬਾਈਬਲ ਦੱਸਦੀ ਹੈ ਕਿ ਪ੍ਰਭੂ ਯਿਸੂ ਜੀ ਗੁੱਡ ਫਰਾਈਡੇ, ਜਿਹਨੂੰ ਆਪਾਂ ਫਰਾਈਡੇ ਵਾਲਾ ਸ਼ੁੱਕਰਵਾਰ ਦਿਨ ਆਖਦੇ ਹਾਂ, ਉਸ ਦਿਨ ਉਹ ਸਲੀਬ ਉੱਤੇ ਚੜ੍ਹਾਏ ਗਏ, ਉਹ ਮਾਰੇ ਗਏ, ਮਰ ਗਏ ਅਤੇ ਦੱਬੇ ਗਏ ਅਤੇ ਤੀਸਰੇ ਦਿਨ ਐਤਵਾਰ ਨੂੰ ਹਫ਼ਤੇ ਦੇ ਪਹਿਲੇ ਦਿਨ ਜੀ ਉੱਠੇ। ਇਹਨਾਂ ਗੱਲਾਂ ਨੂੰ ਅਸੀਂ ਪਰਮੇਸ਼ਰ ਦੇ ਬਚਨਾਂ ਵਿੱਚੋਂ ਅੱਜ ਪੂਰੇ ਧਿਆਨ ਨਾਲ ਵੇਖਾਂਗੇ। ਅੱਜ ਦਾ ਸਾਡਾ ਟੌਪਿਕ ਹੋਵੇਗਾ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਆਖਿਆ ਕਿ ਉਹਨਾਂ ਜਿਹੜੇ ਗ੍ਰੰਥੀਆਂ ਅਤੇ ਜਿਹੜੇ ਉਹਨੇ ਆਪਣੇ ਫਰੀਸੀਆਂ ਅਤੇ ਗ੍ਰੰਥੀਆਂ ਨੂੰ ਆਖਿਆ ਕਿ ਮਨੁੱਖ ਦਾ ਪੁੱਤਰ ਯਾਨੀ ਕਿ ਮੈਂ ਜਿਹੜਾ ਹੈ, ਜਿਵੇਂ ਜੂਨਾ 3 ਦਿਨ ਅਤੇ 3 ਰਾਤਾਂ ਮੱਛੀ ਦੇ ਪੇਟ ਵਿੱਚ ਸੀ, ਉਸੇ ਤਰ੍ਹਾਂ ਮੈਂ ਵੀ 3 ਦਿਨ ਅਤੇ 3 ਰਾਤਾਂ ਜਿਹੜਾ ਹੈ ਧਰਤੀ ਦੇ ਦਿਲ ਅੰਦਰ ਹੋਵਾਂਗਾ। ਧਰਤੀ ਦੇ ਦਿਲ ਅੰਦਰ, ਯਾਦ ਰੱਖਣਾ ਸਾਡਾ ਪੂਰਾ ਜਿਹੜਾ ਇਸ ਗੱਲ ਨੂੰ ਧਿਆਨ ਨਾਲ ਸੋਚਣਾ ਕਿ ਧਰਤੀ ਦੇ ਦਿਲ ਅੰਦਰ ਕਹਿੰਦਾ ਪ੍ਰਭੂ ਯਿਸੂ ਮਸੀਹ ਦਾ ਕੀ ਅਰਥ ਭਾਵ ਸੀ। ਇਸ ਲਈ ਅਸੀਂ ਇਹਨਾਂ ਬਚਨਾਂ ਵਿੱਚ ਧਰਤੀ ਦੇ ਦਿਲ ਦੇ ਅੰਦਰ ਦੇ ਬਾਰੇ ਅਤੇ ਕਬਰ ਵਿੱਚ ਦੱਬੇ ਗਏ ਅਤੇ 30 ਦਿਨ ਜੀ ਉੱਠਣ ਦੇ ਬਾਰੇ ਵਿੱਚ ਬੜੇ ਵਿਸਤਾਰ ਨਾਲ ਇਸ ਗੱਲ ਦੇ ਜਿਹੜੇ ਹੈਗੇ ਆ ਇਸ ਗੱਲ ਨੂੰ ਪ੍ਰਭੂ ਯਿਸੂ ਦੇ ਬਚਨਾਂ ਵਿੱਚੋਂ ਵੇਖਾਂਗੇ। ਆਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਫਿਰ ਇੱਕ ਵਾਰ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਸਲੀਬ ਉੱਤੇ ਸਾਡੇ ਪਾਪਾਂ ਦਾ ਮੁੱਲ ਭਰਨ ਦੇ ਦਿਨ ਦੇ ਲਈ ਅਤੇ ਫਿਰ ਹਫ਼ਤੇ ਦੇ ਪਹਿਲੇ ਦਿਨ ਜੀ ਉੱਠਣ ਦੇ ਦਿਨ ਲਈ ਲੱਖ ਲੱਖ ਵਧਾਈ ਦਿੰਦਾ ਹਾਂ। ਸੋ ਬੜੇ ਧਿਆਨ ਨਾਲ ਇਹਨਾਂ ਗੱਲਾਂ ਨੂੰ ਅੱਜ ਅਸੀਂ ਵੇਖਣਾ ਹੈ, ਦਿਲ ਵਿੱਚ ਸਾਂਭ ਕੇ ਰੱਖਣਾ ਹੈ, ਤਾਂ ਜੋ ਜਿਵੇਂ ਪ੍ਰਭੂ ਯਿਸੂ ਜੀ ਨੇ ਆਖਿਆ ਹੈ ਕਿ ਜੇ ਤੁਸੀਂ ਮੇਰੇ ਬਚਨਾਂ ਉੱਤੇ ਖੜੇ ਰਹੋ ਜਾਂ ਚੱਲਦੇ ਰਹੋ, ਪੂਰੇ ਕਰਦੇ ਰਹੋ, ਤਾਂ ਤੁਸੀਂ ਮੇਰੇ ਚੇਲੇ ਹੋ। ਸੱਚਾਈ ਨੂੰ ਜਾਣੋ ਤਾਂ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਅਤੇ ਨਾਲ ਹੀ ਇਸ ਗੱਲ ਜਿਹੜੀ ਹੈ, ਜਦੋਂ ਅਸੀਂ ਹੋਸ਼ਿਆ 4:6 ਪੜ੍ਹਦੇ ਹਾਂ ਤਾਂ ਲਿਖਿਆ ਹੈ ਕਿ ਮੇਰੀ ਪ੍ਰਜਾ ਗਿਆਨ ਦੇ ਬਿਨਾਂ ਨਾਸ ਹੁੰਦੀ ਹੈ, ਤੂੰ ਮੇਰੇ ਬਚਨ ਨੂੰ ਜਿਹੜਾ ਹੈ ਰੱਦ ਕੀਤਾ ਅਤੇ ਮੈਂ ਤੈਨੂੰ ਜਾਚਕ ਹੋਣ ਤੋਂ ਰੱਦ ਕਰ ਦਿਆਂਗਾ। ਤੂੰ ਮੇਰੇ ਬਚਨ ਨੂੰ ਭੁੱਲ ਗਿਆ ਅਤੇ ਮੈਂ ਤੇਰੇ ਬੱਚਿਆਂ ਨੂੰ ਭੁੱਲ ਜਾਵਾਂਗਾ। ਫਿਰ ਪ੍ਰਭੂ ਯਿਸੂ ਜੀ ਹੋਸ਼ਿਆ ਦੀ 6:6 ਵਿੱਚ ਆਖਦੇ ਹਨ ਕਿ ਮੈਂ ਦਇਆ ਚਾਹੁੰਦਾ ਹਾਂ, ਮੈਂ ਜਿਹੜੇ ਹੈ ਭੇਂਟਾ ਨਹੀਂ, ਦਇਆ ਚਾਹੁੰਦਾ ਹਾਂ, ਇਸ ਤੋਂ ਵੱਧ ਕੇ ਮੈਂ ਪਰਮੇਸ਼ਰ ਦਾ ਗਿਆਨ ਚਾਹੁੰਦਾ ਹਾਂ। ਸੋ ਆਓ ਅਸੀਂ ਅੱਜ ਪ੍ਰਭੂ ਯਿਸੂ ਦੇ ਬਚਨਾਂ ਵਿੱਚੋਂ ਇਸ ਬਾਰੇ ਦੇਖਾਂਗੇ ਕਿ ਪ੍ਰਭੂ ਯਿਸੂ ਜੀ ਜੋ ਆਖਦੇ ਹਨ ਕਿ ਪ੍ਰਭੂ ਯਿਸੂ ਜੀ ਮਨੁੱਖ ਦਾ ਪੁੱਤਰ ਜਿਹੜਾ ਹੈ 3 ਦਿਨ ਅਤੇ 3 ਰਾਤਾਂ
यूहन्ना दी तरह जिहड़ा है ਉਹ ਧਰਤੀ ਦੇ ਦਿਲ ਦੇ ਅੰਦਰ ਹੋਵੇਗਾ। ਸੋ ਇਸ ਲਈ ਬਹੁਤ ਸਾਰੇ ਵੱਖਰੇ ਵੱਖਰੇ ਵਿਚਾਰ ਸਾਡੇ ਅੰਦਰ ਪਾਏ ਜਾਂਦੇ ਹਨ। ਇਹਨਾਂ ਬਹੁਤ ਸਾਰੇ ਲੋਕ ਆਪਣੇ ਆਪਣੇ ਗਿਆਨ ਨਾਲ ਵੱਖਰੇ ਵੱਖਰੇ ਤਰੀਕੇ ਨਾਲ ਬਿਆਨ ਕਰਦੇ ਹਨ। ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਕੋਈ ਆਖਦਾ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਜਿਹੜੇ ਹੈ ਉਹ ਬੁੱਧਵਾਰ ਨੂੰ ਸਲੀਬ ਉੱਤੇ ਗਏ, ਮਰ ਗਏ ਅਤੇ ਦੱਬੇ ਗਏ ਅਤੇ ਐਤਵਾਰ ਨੂੰ ਜੀ ਉੱਠੇ। ਕੁਝ ਆਖਦੇ ਹਨ ਕਿ ਵੀਰਵਾਰ ਨੂੰ ਪ੍ਰਭੂ ਯਿਸੂ ਜੀ ਸਲੀਬ ਉੱਤੇ ਚੜ੍ਹੇ, ਮਰੇ, ਦੱਬੇ ਗਏ ਅਤੇ ਤੀਸਰੇ ਦਿਨ ਐਤਵਾਰ ਨੂੰ ਫਿਰ ਐਤਵਾਰ ਨੂੰ ਹਫ਼ਤੇ ਤੋਂ ਪਹਿਲੇ ਦਿਨ ਜੀ ਉੱਠੇ। ਅਤੇ ਅਸੀਂ ਹੁਣ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਬਚਨਾਂ ਵਿੱਚ ਦੇਖਾਂਗੇ ਕਿ ਸੱਚਮੁੱਚ ਪ੍ਰਭੂ ਯਿਸੂ ਮਸੀਹ ਜੀ ਜਿਹੜੇ ਹੈ ਕਿ ਫਰਾਈਡੇ ਨੂੰ ਸਲੀਬ ਉੱਤੇ ਚੜ੍ਹੇ, ਮਰ ਗਏ, ਦੱਬੇ ਗਏ ਅਤੇ ਐਤਵਾਰ ਨੂੰ ਜੀ ਉੱਠੇ ਹਨ। ਆਓ ਪ੍ਰਭੂ ਯਿਸੂ ਦੇ ਸਭ ਤੋਂ ਪਹਿਲਾਂ ਜਿਹੜੇ ਹੈ ਇਹ ਬਚਨ ਅਸੀਂ ਪ੍ਰਭੂ ਯਿਸੂ ਜੀ ਦੇ ਜਿਹੜੇ ਹੈ ਮੱਤੀ ਵਿੱਚ, ਮੱਤੀ 12 ਦੀ 38 ਤੋਂ 40 ਵਿੱਚ ਉਹਨਾਂ ਨੇ ਜਿਹੜੇ ਹੈ ਗ੍ਰੰਥੀਆਂ ਨੇ, ਕੁਝ ਗ੍ਰੰਥੀਆਂ ਨੇ ਉਹਨਾਂ ਨੂੰ ਪੁੱਛਿਆ ਕਿ ਪ੍ਰਭੂ ਜੀ ਅਸੀਂ ਤੁਹਾਡੇ ਤੋਂ ਨਿਸ਼ਾਨੀ ਵੇਖਣੀ ਚਾਹੁੰਦੇ ਹਾਂ, ਕਿਉਂਕਿ ਮੈਂ ਇਸ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਇਸ ਤਰ੍ਹਾਂ ਕਿਉਂ ਹੋਇਆ, ਕਿਉਂਕਿ ਲਿਖਿਆ ਹੈ ਕਿ ਇੱਕ ਅੰਨੇ ਅਤੇ ਗੂੰਗੇ ਮਨੁੱਖ ਨੂੰ ਜਿਹਨੂੰ ਭੂਤ ਚਿੰਬੜਿਆ ਹੋਇਆ ਸੀ, ਜਿਹੜਾ ਨਾ ਦੇਖ ਸਕਦਾ ਸੀ ਅਤੇ ਨਾ ਹੀ ਬੋਲ ਸਕਦਾ ਸੀ, ਪ੍ਰਭੂ ਯਿਸੂ ਕੋਲ ਲਿਆਏ ਅਤੇ ਪ੍ਰਭੂ ਯਿਸੂ ਜੀ ਨੇ ਉਸ ਅੰਨੇ ਅਤੇ ਭੋਲੇ ਨੂੰ ਚੰਗਿਆ ਕੀਤਾ ਅਤੇ ਉਹ ਅੰਨਾ ਜਿਹਨੂੰ ਭੂਤ ਚਿੰਬੜਿਆ ਹੋਇਆ ਸੀ, ਜਿਹੜਾ ਨਾ ਬੋਲ ਸਕਦਾ ਸੀ ਅਤੇ ਨਾ ਵੇਖ ਸਕਦਾ ਸੀ, ਪ੍ਰਭੂ ਯਿਸੂ ਮਸੀਹ ਨੇ ਜਦੋਂ ਚੰਗਾ ਕੀਤਾ ਤਾਂ ਉਹ ਮਨੁੱਖ ਜਿਹੜਾ ਬੋਲਣ ਲੱਗ ਗਿਆ ਅਤੇ ਵੇਖਣ ਲੱਗ ਗਿਆ। ਇਸ ਉੱਤੇ ਜਿਹੜੇ ਕੁਝ ਗ੍ਰੰਥੀ, ਕੁਝ ਜਿਹੜੇ ਫਰੀਸੀ ਅਤੇ ਗ੍ਰੰਥੀਆਂ ਨੇ, ਪ੍ਰਧਾਨ ਜਾਚਕਾਂ ਨੇ ਆਖਿਆ ਕਿ ਪ੍ਰਭੂ ਯਿਸੂ ਨੂੰ ਆਖਿਆ ਕਿ ਤੂੰ ਜਿਹੜਾ ਹੈ ਇਹ ਭੂਤਾਂ ਦੇ ਸਰਦਾਰ ਬਾਲਜ਼ਬੂਲ ਦੀ ਸਹਾਇਤਾ ਨਾਲ ਜਿਹੜਾ ਭੂਤਾਂ ਨੂੰ ਕੱਢਦਾ ਹਾਂ। ਪਰ ਪ੍ਰਭੂ ਯਿਸੂ ਜੀ ਉੱਥੇ ਆਖਦੇ ਹਨ ਕਿ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਣ ਲੱਗ ਗਿਆ ਤਾਂ ਫਿਰ ਜੇ ਰਾਜ ਦੇ ਵਿੱਚ ਫੁੱਟ ਪੈ ਜਾਏ ਤਾਂ ਉਹ ਰਾਜ ਟਿਕਿਆ ਨਹੀਂ ਰਹੇਗਾ। ਜਿਸ ਘਰ ਵਿੱਚ ਫੁੱਟ ਪੈ ਜਾਏ ਉਹ ਘਰ ਵੀ ਨਹੀਂ ਟਿਕਿਆ ਰਹੇਗਾ। ਇਸ ਲਈ ਦੱਸੋ ਕਿ ਤੁਹਾਡੇ ਪੁੱਤਰ ਕਿਹੜੀ ਸਹਾਇਤਾ ਨਾਲ ਭੂਤਾਂ ਨੂੰ ਕੱਢਦੇ ਹਨ। ਅਤੇ ਅੱਗੇ ਆਖਦੇ ਹਨ ਕਿ ਜੇ ਮੈਂ ਭੂਤਾਂ ਨੂੰ ਜਿਹੜਾ ਹੈ ਪਰਮੇਸ਼ਰ ਦੇ ਆਤਮਾ ਨਾਲ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਉੱਤੇ ਆ ਗਿਆ ਹੈ। ਸੋ ਅੱਗੇ ਆਖਦੇ ਹਨ ਕਿ ਜੇ ਕੋਈ ਬੁਰੀ ਗੱਲ ਜਾਂ ਬੁਰਾ ਸ਼ਬਦ ਬੋਲੇ ਉਸ ਨੂੰ ਮਾਫ਼ ਕੀਤਾ ਜਾਏਗਾ, ਬਲਾਸਮੇ ਬੋਲੇ ਉਸ ਨੂੰ ਮਾਫ਼ ਕੀਤਾ ਜਾਵੇਗਾ, ਪਰ ਜੋ ਕੋਈ ਆਤਮਾ ਦੇ ਵਿਰੁੱਧ ਗੱਲ ਕਰੇ ਉਸ ਨੂੰ ਮਾਫ਼ ਨਹੀਂ ਕੀਤਾ ਜਾਏਗਾ। ਫਿਰ ਆਖਦੇ ਹਨ ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ ਉਸ ਨੂੰ ਮਾਫ਼ ਕੀਤਾ ਜਾਏਗਾ, ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ ਉਸ ਨੂੰ ਕਦੇ ਨਾ ਇਸ ਜਹਾਨ ਅੰਦਰ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਮਾਫ਼ ਕੀਤਾ ਜਾਵੇਗਾ। ਸੋ ਇਸ ਲਈ ਉਹਨਾਂ ਗ੍ਰੰਥੀਆਂ ਜਿਹੜੇ ਆਪਣੇ ਫਰੀਸੀਆਂ ਅਤੇ ਗ੍ਰੰਥੀਆਂ ਨੂੰ ਜਿਨ੍ਹਾਂ ਨੇ ਉਸ ਤੋਂ ਨਿਸ਼ਾਨੀ ਦੇ ਬਾਰੇ ਵਿੱਚ ਪੁੱਛਿਆ ਸੀ ਕਿ ਅਸੀਂ ਤੁਹਾਡੇ ਤੋਂ ਨਿਸ਼ਾਨੀ ਚਾਹੁੰਦੇ ਹਾਂ, ਤਾਂ ਉਸ ਵਕਤ ਪ੍ਰਭੂ ਯਿਸੂ ਜੀ ਆਖਦੇ ਹਨ ਕਿ ਜਾਂ ਮਨੁੱਖ ਨੂੰ, ਕਿਉਂਕਿ ਉਹ ਪ੍ਰਭੂ ਯਿਸੂ ਨੂੰ ਆਖਦੇ ਕਿ ਤੁਸੀਂ ਭੂਤਾਂ ਦੇ ਸਰਦਾਰ ਦੀ ਮਦਦ ਨਾਲ ਜਿਹੜਾ ਹੈ ਭੂਤਾਂ ਨੂੰ ਕੱਢਦਾ ਹਾਂ। ਅਤੇ ਉੱਥੇ ਪ੍ਰਭੂ ਯਿਸੂ ਜੀ ਆਖਦੇ ਹਨ ਕਿ ਜਾਂ ਦਰੱਖਤ ਨੂੰ ਚੰਗਾ ਬਣਾਓ ਅਤੇ ਉਸ ਦੇ ਫਲ ਨੂੰ ਵੀ ਚੰਗਾ ਬਣਾਓ, ਜਾਂ ਫਿਰ ਦਰੱਖਤ ਨੂੰ ਬੁਰਾ ਬਣਾਓ ਅਤੇ ਉਸ ਦੇ ਫਲ ਨੂੰ ਵੀ ਬੁਰਾ ਬਣਾਓ, ਕਿਉਂਕਿ ਹਰ ਦਰੱਖਤ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ। ਇਸੇ ਤਰ੍ਹਾਂ ਹਰੇਕ ਮਨੁੱਖ ਆਪਣੀਆਂ ਗੱਲਾਂ ਦੇ ਰਾਹੀਂ ਧਰਮੀ ਅਤੇ ਆਪਣੀਆਂ ਗੱਲਾਂ ਦੇ ਰਾਹੀਂ ਹੀ ਜਿਹੜਾ ਹੈ ਪਾਪੀ ਠਹਿਰਾਇਆ ਜਾਵੇਗਾ।
ਅੱਗੇ ਇਹ ਗੱਲਾਂ ਜਦੋਂ ਗ੍ਰੰਥੀ ਆਪਣੇ ਫਰੀਸੀਆਂ ਅਤੇ ਗ੍ਰੰਥੀਆਂ ਨੇ ਸੁਣੀਆਂ ਤਾਂ ਉਹ ਕੁਝ ਗ੍ਰੰਥੀਆਂ ਨੇ ਪ੍ਰਭੂ ਯਿਸੂ ਜੀ ਨੂੰ ਇਹ ਸਵਾਲ ਮਤੀ 12:38 ਅਤੇ 40 ਵਿੱਚ ਆਖਿਆ। ਪ੍ਰਭੂ ਯਿਸੂ ਜੀ ਨੂੰ ਉਹਨਾਂ ਨੇ ਆਖਿਆ ਕਿ ਜੇ ਇਹ ਗੱਲ ਹੈ ਤਾਂ ਅਸੀਂ ਤੇਰੇ ਕੋਲੋਂ ਇੱਕ ਨਿਸ਼ਾਨੀ ਵੇਖਣੀ ਚਾਹੁੰਦੇ ਹਾਂ ਕਿ ਤੂੰ ਇਹ ਕਿਹੜੇ ਅਖਤਿਆਰ ਨਾਲ ਇਹ ਕੰਮ ਕਰਦਾ ਹਾਂ। ਤਾਂ ਪ੍ਰਭੂ ਯਿਸੂ ਜੀ ਨੇ ਉਸ ਵਕਤ ਉਹਨਾਂ ਨੂੰ ਆਖਿਆ ਕਿ ਪ੍ਰਭੂ ਯਿਸੂ ਮਸੀਹ ਜੀ ਜਿਹੜੇ ਹੈਗੇ ਆ ਉਹਨਾਂ ਨੇ ਆਖਿਆ ਕਿ ਇਹ ਜਿਹੜੀ ਉਹਨਾਂ ਨੂੰ ਉੱਤਰ ਦਿੱਤਾ ਕਿ ਹਰਾਮਕਾਰ ਅਤੇ ਬੁਰੀ ਪੀੜ੍ਹੀ ਨਿਸ਼ਾਨੀ ਚਾਹੁੰਦੀ ਹੈ, ਪਰ ਯੂਹੰਨਾ ਦੀ ਨਿਸ਼ਾਨੀ ਦੇ ਬਿਨਾਂ ਕੋਈ ਹੋਰ ਨਿਸ਼ਾਨੀ ਉਹਨਾਂ ਨੂੰ ਨਾ ਦਿੱਤੀ ਜਾਵੇਗੀ, ਕਿਉਂਕਿ ਜਿਸ ਤਰ੍ਹਾਂ ਯੂਹੰਨਾ ਨਬੀ 3 ਦਿਨ ਅਤੇ 3 ਰਾਤਾਂ ਮੱਛੀ ਦੇ ਢਿੱਡ ਵਿੱਚ ਰਹਿ ਸੀ, ਉਸੇ ਪ੍ਰਕਾਰ ਮਨੁੱਖ ਦੇ ਪੁੱਤਰ ਵੀ 3 ਦਿਨ ਅਤੇ 3 ਰਾਤਾਂ ਧਰਤੀ ਦੇ ਦਿਲ ਅੰਦਰ ਹੋਵੇਗਾ। ਸੋ ਧਰਤੀ ਦੇ ਦਿਲ ਦੀ ਗੱਲ ਹੋ ਰਹੀ ਹੈ। ਸੋ ਧਰਤੀ ਦੇ ਦਿਲ ਅੰਦਰ, ਨਾ ਕਿ ਉਹਨਾਂ ਨੇ ਉੱਥੇ ਕਿਹਾ ਹੈ ਕਿ ਕਬਰ ਵਿੱਚ ਅੰਦਰ 3 ਦਿਨ ਹੋਏਗਾ, ਪਰ ਜੇ ਕੁਝ ਲੋਕ ਧਰਤੀ ਦੇ ਦਿਲ ਦੀ ਥਾਂ ਆਖ ਦਿੰਦੇ ਹਨ ਕਿ ਧਰਤੀ ਦੇ ਅੰਦਰ ਹੋਵੇਗਾ, ਕਿਉਂਕਿ ਇਹਨਾਂ ਗੱਲਾਂ ਦੇ ਬਾਰੇ ਨਾ ਪੂਰਾ ਗਿਆਨ ਰੱਖਦੇ ਹੋਏ ਵਾਰ-ਵਾਰ ਪ੍ਰਭੂ ਯਿਸੂ ਜੀ ਦੇ ਮਰਨ, ਦੱਬਣ ਅਤੇ ਜੀ ਉੱਠਣ ਦੇ ਦਿਨ ਨੂੰ ਆਪਣੇ ਗਿਆਨ ਦੇ ਨਾਲ ਪੇਸ਼ ਕਰਦੇ ਹਨ। ਆਓ ਅਸੀਂ ਵੇਖੀਏ। ਪ੍ਰਭੂ ਯਿਸੂ ਜੀ ਜਿਹੜੇ ਹੈ ਉਹਨਾਂ ਨੇ ਫਿਰ ਇਸ ਗੱਲ ਨੂੰ ਆਖਿਆ, ਧਰਤੀ ਦੇ ਦਿਲ ਦੇ ਅੰਦਰ ਆਖਿਆ ਹੈ। ਤਾਂ ਫਿਰ ਉਹ ਜੇ ਅਸੀਂ ਮੱਤੀ 12 ਦੇ ਚੈਪਟਰ ਤੋਂ ਅੱਗੇ 13 ਵਿੱਚ ਜਾਂਦੇ ਹਾਂ ਤਾਂ ਉੱਥੇ ਪ੍ਰਭੂ ਯਿਸੂ ਜੀ ਦਸਤਾਂਤਾਂ ਵਿੱਚ ਉਹਨਾਂ ਨੂੰ ਗੱਲਾਂ ਸੁਣਾਉਂਦੇ ਹਨ ਅਤੇ ਉਹ ਦਸਤਾਂਤ ਵਿੱਚ ਆਖਦੇ ਹਨ। ਜੇ ਅਸੀਂ ਮੱਤੀ 13 ਚੈਪਟਰ ਨੂੰ ਸ਼ੁਰੂ ਤੋਂ ਪੜ੍ਹੀਏ ਤਾਂ ਉੱਥੇ ਉਹ ਆਖਦੇ ਹਨ ਕਿ ਇੱਕ ਬੀਜਣ ਵਾਲਾ ਬੀਜਣ ਨਿਕਲਿਆ ਅਤੇ ਕੁਝ ਜਿਹੜਾ ਹੈ ਬੀ ਆ ਉਹ ਰਸਤੇ ਵਿੱਚ ਗਿਰਿਆ ਤੇ ਉਹ ਉਸ ਰਸਤੇ 'ਚ ਗਿਰਿਆ ਤੇ ਪੈਰਾਂ ਹੇਠ ਮਿੱਧਿਆ ਗਿਆ ਅਤੇ ਜਾਨਵਰ ਉਸ ਨੂੰ ਆਣ ਕੇ ਚੁੱਕ ਕੇ ਲੈ ਗਏ। ਫਿਰ ਦੂਸਰਾ ਉਹਨਾਂ ਨੇ ਦਸਤਾਨ ਦਿੱਤਾ ਕਿ ਕੁਝ ਵੀ ਉਹਦੇ ਬੀਜਿਆ ਹੋਇਆ ਕੀ ਹੈ ਪਥਰੀਲੀ ਜ਼ਮੀਨ ਉੱਤੇ ਡਿੱਗਾ, ਉਹ ਫਲਿਆ, ਪਰ ਅੱਛੀ ਜ਼ਮੀਨ ਨਾ, ਮਤਲਬ ਕਾਫੀ ਮਿੱਟੀ ਨਾ ਮਿਲਣ ਕਰਕੇ ਉਹ ਜਦੋਂ ਸੂਰਜ ਚੜ੍ਹਿਆ ਤਾਂ ਉਹ ਸੁੱਕ ਗਿਆ ਤੇ ਖਤਮ ਹੋ ਗਿਆ। ਫਿਰ ਤੀਜੀ ਗੱਲ ਕਰਦੇ ਹਨ, ਤੀਜਾ ਦੱਸਦੇ ਹਨ ਕਿ ਕੁਝ ਵੀ ਜਿਹੜਾ ਹੈ ਕੰਡਿਆਲੀਆਂ ਵਿੱਚ ਗਿੜਿਆ, ਉਗਿਆ ਤਾਂ ਸਹੀ, ਪਰ ਕੰਡਿਆਲੀਆਂ ਵੀ ਨਾਲ ਵਧੀਆਂ ਅਤੇ ਕੰਡਿਆਲਿਆਂ ਨੇ ਉਹਨਾਂ ਨੂੰ ਉਹ ਬੀ ਨੂੰ ਦਬਾ ਲਿਆ ਤੇ ਉਹ ਬੇਫਲਾ ਰਹਿ ਗਿਆ। ਫਿਰ ਉਸ ਨੂੰ ਮੱਤੀ 13:8 ਵਿੱਚ ਆਖਦੇ ਹਨ ਕਿ ਕੁਝ ਵੀ ਜਿਹੜਾ ਹੈਗਾ ਉਹ ਚੰਗੀ ਜ਼ਮੀਨ ਉੱਤੇ ਗਿਰਿਆ ਅਤੇ ਉਹ ਫਲਿਆ, ਵਧਿਆ। ਫਿਰ ਇਸ ਨੂੰ ਫਿਰ ਇਹਨਾਂ ਦਸਤਾਂਤਾਂ ਨੂੰ ਜਿਹੜੇ ਦਿੱਤੇ ਹਨ ਤੇ ਫਿਰ 13 ਦੀ ਜਿਹੜਾ ਹੈ 23 ਵਿੱਚ ਆਖਦੇ ਹਨ ਕਿ ਚੰਗੀ ਜ਼ਮੀਨ, ਜਿਹੜੀ ਆਪਾਂ ਹੁਣ ਜ਼ਮੀਨ, ਚੰਗੀ ਜ਼ਮੀਨ, ਚੰਗੀ ਧਰਤੀ, ਠੀਕ ਹੈ, ਚੰਗਾ ਖੇਤ, ਜਿੱਦ ਵਿੱਚ ਚੰਗੀ ਜ਼ਮੀਨ ਕੌਣ ਕਿਹੜੀ ਹੈ? ਲਿਖਿਆ ਹੈ ਕਿ ਚੰਗੀ ਜ਼ਮੀਨ ਉਹ ਹੈ ਜਿਹੜਾ ਮਨੁੱਖ ਚੰਗੇ ਦਿਲ ਨਾਲ ਜਿਹੜਾ ਹੈ ਉਹ ਬਚਨ ਨੂੰ ਸੁਣਦਾ ਅਤੇ ਸਮਝਦਾ ਅਤੇ ਆਪਣੇ ਦਿਲ ਵਿੱਚ ਸਾਂਭ ਕੇ ਰੱਖਦਾ ਹੈ। ਉਹ ਜਿਹੜਾ ਹੈ ਮਨੁੱਖ ਜਿਹੜਾ ਹੈ ਸਮਝਦਾ, ਉਹਨੂੰ ਫਲ ਦਿੰਦਾ ਹੈ। ਸੋ ਕੀ ਫਲ ਦਿੰਦਾ? ਕੋਈ 100 ਗੁਣਾ, ਕੋਈ 60 ਗੁਣਾ ਤੇ ਕੀ ਗੁਣਾ ਫਲ ਦਿੰਦਾ ਹੈ। ਸੋ ਚੰਗੀ ਜ਼ਮੀਨ ਜਾਂ ਧਰਤੀ ਜਿਹੜੀ ਹੈ, ਚੰਗੀ ਧਰਤੀ ਚੰਗਾ ਫਲ ਦਿੰਦੀ ਹੈ। ਉਹ ਮਨੁੱਖ ਦੇ ਨਾਲ ਚੰਗੀ ਧਰਤੀ ਦਾ ਦਸਤਾਂਤ ਦਿੰਦੇ ਹਨ। ਦਰਅਸਲ ਉਹ ਆਖਦੇ ਹਨ ਕਿ ਚੰਗਾ ਮਨੁੱਖ ਚੰਗੇ ਖਜ਼ਾਨੇ ਵਿੱਚੋਂ ਚੰਗੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ
ਬੁਰੀਆਂ ਗੱਲਾਂ ਕਰਦਾ ਹੈ। ਸੋ ਚੰਗੀ ਜ਼ਮੀਨ ਇਨਸਾਨ ਨੂੰ ਆਖਿਆ ਗਿਆ ਹੈ, ਧਰਤੀ ਇਨਸਾਨ ਨੂੰ ਆਖਿਆ ਗਿਆ। ਕਿਉਂ ਪ੍ਰਭੂ ਯਿਸੂ ਜੀ ਨੇ ਮੂਸਾ ਇਸ ਤਰ੍ਹਾਂ ਲਿਖਦਾ, ਮੂਸਾ ਬਿਆਨ ਕਰਦਾ ਹੈ, ਜੇ ਅਸੀਂ ਪੜ੍ਹੀਏ ਤਾਂ ਪਰਮੇਸ਼ਰ ਨੇ ਜਿਹੜਾ ਹੈ ਮਿੱਟੀ ਲਈ, ਜੇ ਅਸੀਂ ਉੱਪਰ ਦੂਸਰਾ ਚੈਪਟਰ ਉਹਦੀ 7 ਐਤ ਤੋਂ ਪੜ੍ਹਨਾ ਸ਼ੁਰੂ ਕਰੀਏ ਤਾਂ ਉੱਥੇ ਲਿਖਿਆ ਹੈ ਕਿ ਪਰਮੇਸ਼ਰ ਜੀ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਵਿੱਚ ਆਪਣਾ ਸਾਹ ਫੂਕਿਆ ਤੇ ਆਦਮੀ ਜਿਉਂਦੀ ਜਾਨ ਹੋ ਗਿਆ। ਅਤੇ ਉਸ ਨੂੰ ਇੱਕ ਬਾਗ ਜਿਹੜਾ ਉਹਨੇ ਪਰਮੇਸ਼ਰ ਨੇ ਅਦਨ ਬਾਗ ਦੇ ਚੜ੍ਹਦੇ ਪਾਸੇ ਇੱਕ ਬਾਗ ਅਦਨ ਦੇ ਚੜ੍ਹਦੇ ਪਾਸੇ ਲਾਇਆ, ਉਸ ਵਿੱਚ ਰੱਖਿਆ ਅਤੇ ਉਸ ਨੂੰ ਆਗਿਆ ਦਿੱਤੀ ਕਿ ਤੂੰ ਅਤੇ ਉਸ ਬਾਗ ਦੇ ਵਿੱਚ ਜਿਹੜਾ ਹੈ ਚੰਗਾ ਫਲ ਦੇ ਤੇ ਅਤੇ ਬਾਗ ਵਿੱਚ ਜਿਹੜਾ ਹੈ ਭਲੇ ਬੁਰੇ ਦੀ ਸਿਆਣ ਦਾ ਇੱਕ ਗਿਆਨ ਦਾ, ਇੱਕ ਭਲੇ ਬੁਰੇ ਦੀ ਸਿਆਣ ਦਾ ਦਰਖਤ ਲਾਇਆ ਅਤੇ ਉਸ ਨੂੰ ਆਗਿਆ ਦਿੱਤੀ ਕਿ ਤੂੰ ਹਰੇਕ ਬ੍ਰਿਸ਼ ਤੋਂ ਜੇ ਖਾਈ ਪਰ ਨਿਸੰਗ ਖਾਈ, ਪਰ ਭਲੇ ਬੁਰੇ ਦੀ ਸਿਆਣ ਦੇ ਬ੍ਰਿਸ਼ ਤੋਂ ਤੂੰ ਨਾ ਖਾਈ। ਪਰ ਹੋਇਆ ਕਿ ਸ਼ੈਤਾਨ ਜਿਹੜਾ ਚਾਤਰ ਅਤੇ ਜਿਸ ਨੂੰ ਪਰਮੇਸ਼ਰ ਨੇ ਬਣਾਇਆ ਸੀ, ਉਹ ਬੜਾ ਚਾਤਰ ਬੜਾ ਚਾਤਰ ਜਾਨਵਰ ਸੀ। ਉਹ ਹਵਾ ਦੇ ਕੋਲ ਸੱਪ ਦੇ ਰੂਪ ਵਿੱਚ ਆਇਆ ਅਤੇ ਹਵਾ ਨੂੰ ਆਖਿਆ, ਆਪਣੀਆਂ ਗੱਲਾਂ ਨਾ ਫਰਮਾਇਆ ਤੇ ਹਵਾ ਨੂੰ ਆਖਿਆ ਕਿ ਕੀ ਪਰਮੇਸ਼ਰ ਨੇ ਤੁਹਾਨੂੰ ਕਿਸੇ ਫਲ ਤੋਂ, ਬਾਗ ਦੇ ਫਲਾਂ ਤੋਂ ਖਾਣ ਤੋਂ ਮਨਾ ਕੀਤਾ ਹੈ? ਤਾਂ ਉਸਨੇ ਕਿਹਾ ਨਹੀਂ, ਬਾਗ ਦੇ ਫਲਾਂ ਤੋਂ ਤਾਂ ਅਸੀਂ ਖਾਂਦੇ ਹਾਂ, ਪਰ ਇੱਕ ਬ੍ਰਿਸ਼ ਬਾਗ ਦੇ ਵਿਚਕਾਰ ਹੈ ਜਿਸ ਨੂੰ ਪਰਮੇਸ਼ਰ ਨੇ ਆਖਿਆ ਉਸ ਨੂੰ ਨਾ ਖਾਓ ਅਤੇ ਨਾ ਹੀ ਹੱਥ ਲਾਓ। ਪਰ ਜੋ ਸ਼ੈਤਾਨ ਸੀ, ਜੋ ਸੱਪ ਸੀ, ਉਹ ਜਿਹੜਾ ਸ਼ੈਤਾਨ ਸੀ ਜਿਹੜਾ ਸੱਪ ਦੇ ਰੂਪ ਵਿੱਚ ਆਇਆ, ਉਸ ਨੇ ਆਖਿਆ ਕਿ ਨਹੀਂ, ਤੁਸੀਂ ਕਦੀ ਨਹੀਂ ਮਰੋਗੇ। ਪਰ ਪਰਮੇਸ਼ਰ ਇਹ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਬ੍ਰਿਸ਼ ਤੋਂ ਖਾਓਗੇ, ਭਲੇ ਬੁਰੇ ਦੀ ਸਿਆਣ ਤੋਂ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਭਲੇ ਬੁਰੇ ਦੀ ਸਿਆਣ ਵਿੱਚ ਪਰਮੇਸ਼ਰ ਵਰਗੇ ਹੋ ਜਾਓਗੇ। ਇਸ ਲਈ ਉਹ ਜਿਹੜੀ ਔਰਤ ਹੈ, ਤੀਵੀਂ ਜਿਹੜੀ ਹਵਾ ਫਰਮਾਈ ਗਈ, ਉਸ ਨੇ ਭਲੇ ਬੁਰੇ ਦੀ ਸਿਆਣ ਤੋਂ ਬ੍ਰਿਸ਼ ਤੋਂ ਕੀ ਹੈ ਫੜ ਲਿਆ ਅਤੇ ਖਾਧਾ ਅਤੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸਨੇ ਵੀ ਖਾਧਾ। ਦੋਨਾਂ ਨੇ ਪਰਮੇਸ਼ਰ ਜੀ ਦੀ ਆਗਿਆ ਨੂੰ ਤੋੜ ਕੇ ਪਾਪ ਕੀਤਾ। ਇਸ ਲਈ ਜਦੋਂ ਪਰਮੇਸ਼ਰ ਜੀ ਨੂੰ ਜਾਣਿਆ ਕਿ ਇਹ ਮਨੁੱਖ ਜਿਹੜਾ ਹੈ, ਉਹਨਾਂ ਨੂੰ ਬਾਗ ਵਿੱਚੋਂ ਕੱਢ ਦਿੱਤਾ ਤਾਂ ਜੋ ਹਮੇਸ਼ਾ ਹੁਣ ਕਿਤੇ ਉਹ ਜੀਵਨ ਦਾ ਬ੍ਰਿਸ਼ ਜਿਹੜਾ ਹੈ ਉਸ ਤੋਂ ਵੀ ਫਲ ਲੈ ਕੇ ਖਾਣਾ ਲੈਣ ਅਤੇ ਹਮੇਸ਼ਾ ਪਾਪ ਦੇ ਵਿੱਚ ਆਪਣਾ ਜੀਵਨ ਗੁਜ਼ਾਰਨ। ਇਸ ਲਈ ਯਹੋਵਾ ਪਰਮੇਸ਼ਰ ਨੇ ਉਹਨਾਂ ਨੂੰ ਬਾਗ ਦੇ ਵਿੱਚੋਂ ਕੱਢ ਦਿੱਤਾ ਅਤੇ ਬਾਗ ਦੇ ਚੁਫੇਰੇ, ਬਾਗ ਦੇ ਰਾਹ ਦੀ ਰਾਖੀ ਕਰਨ ਲਈ ਕੀ ਹੈ ਚੁਪੇਰੇ ਘੁੰਮਣ ਵਾਲੇ ਖੰਡੇ ਦੇ ਲਿਸ਼ਕ ਨੂੰ ਲਾ ਦਿੱਤਾ ਅਤੇ ਤਾਂ ਜੋ ਉਹ ਉਸ ਰਾਹ ਦੀ ਰਾਖੀ ਕਰਨ। ਸੋ ਇਸ ਲਈ ਪ੍ਰਭੂ ਯਿਸੂ ਮਸੀਹ ਜੀ ਆਖਦੇ ਹਨ ਕਿ ਆਦਮ ਨੂੰ ਆਖਦੇ ਹਨ ਕਿ ਤੂੰ ਆਪਣੀ ਤੀਵੀਂ ਦੀ ਗੱਲ ਸੁਣੀ ਅਤੇ ਜਿਸ ਫਲ ਤੋਂ ਮੈਂ ਤੈਨੂੰ ਖਾਣ ਨੂੰ ਮਨਾ ਕੀਤਾ ਸੀ, ਤੂੰ ਉਸ ਤੋਂ ਲੈ ਕੇ ਖਾਧਾ। ਤੂੰ ਆਪਣੀ ਤੀਵੀਂ ਦੀ ਗੱਲ ਸੁਣੀ, ਇਸ ਲਈ ਧਰਤੀ ਤੇਰੇ ਕਾਰਨ ਸਰਾਪੀ ਹੋਈ। ਤੂੰ ਹੁਣ ਆਪਣੇ ਜੀਵਨ ਦੇ ਸਾਰੇ ਦਿਨ ਜਿਹੜਾ ਹੈ ਆਪਣੇ ਮੂੰਹ ਦੇ ਮੁੜਕੇ ਨਾਲ ਜਿਹੜਾ ਹੈ ਰੋਟੀ ਖਾਏਗਾ, ਜਿੰਨਾ ਚਿਰ ਤੱਕ ਤੂੰ ਫਿਰ ਮੁੜ ਧਰਤੀ ਵਿੱਚ ਨਾ ਮੁੜ ਜਾਏ, ਮਿੱਟੀ ਵਿੱਚ ਨਾ ਮੁੜ ਜਾਏ, ਕਿਉਂਕਿ ਤੂੰ ਮਿੱਟੀ ਹੈ, ਤੂੰ ਮਿੱਟੀ ਵਿੱਚੋਂ ਕੱਢਿਆ ਗਿਆ ਸੀ, ਤੂੰ ਮਿੱਟੀ ਹੈ, ਤੂੰ ਜ਼ਮੀਨ ਹੈ, ਤੂੰ ਫਿਰ ਕੀ ਹੈ, ਤੂੰ ਫਿਰ ਮਿੱਟੀ ਵਿੱਚ
ਮੁੜ ਜਾਏਗਾ। ਇੱਥੇ ਵੀ ਪ੍ਰਭੂ ਯਿਸੂ ਜੀ ਆਖਦੇ ਹਨ ਕਿ ਤੂੰ ਮਿੱਟੀ ਹੈ, ਤੂੰ ਧਰਤੀ ਹੈ। ਇਸ ਲਈ ਧਰਤੀ ਦਾ ਦਿਲ ਜਿਹੜਾ ਹੈ ਉਹ ਮਨੁੱਖ ਦੇ ਦਿਲ ਨਾਲ ਪਰਮੇਸ਼ਰ ਯਿਸੂ ਜੀ ਇਸ ਜਗ ਸੰਸਾਰ ਦੇ ਲੋਕਾਂ ਦੇ ਦਿਲ ਨੂੰ ਧਰਤੀ ਦਾ ਦਿਲ ਆਖਦੇ ਹਨ। ਸੋ ਇਸ ਲਈ ਉਹ ਆਪਣੇ ਜਿਹੜਾ ਹੈ ਬਚਨ ਨੂੰ ਫਿਰ ਅੱਗੇ ਦਸਤਾਂਤਾਂ ਵਿੱਚ ਸੁਣਾਉਂਦੇ ਹਨ। ਬਹੁਤ ਸਾਰੀਆਂ ਇਹ ਗੱਲਾਂ ਦਸਤਾਂਤਾਂ ਵਿੱਚ ਆਖੀਆਂ ਤਾਂ ਜੋ ਪ੍ਰਭੂ ਯਿਸੂ ਦੇ ਪਹਿਲਾਂ ਆਖੇ ਬਚਨ ਜਿਹੜੇ ਜ਼ਬੂਰ 78 ਦੀ 1-2 ਆਇਤ ਵਿੱਚ 1-3 ਆਇਤ ਵਿੱਚ ਆਖੇ ਸਨ ਪੂਰੇ ਕਰਨ। ਉਹ ਮੈਂ ਦਸਤਾਂਤਾਂ ਵਿੱਚ ਆਪਣਾ ਮੂੰਹ ਖੋਲਾਂਗਾ, ਮੈਂ ਉਹਨਾਂ ਗੱਲਾਂ ਨੂੰ ਉਚਾਰਾਂਗਾ ਜਿਹੜੀਆਂ ਸੰਸਾਰ ਦੇ ਮੁੱਢੋਂ ਗੁਪਤ ਰਹੀਆਂ ਹਨ। ਸੋ ਪ੍ਰਭੂ ਯਿਸੂ ਜੀ ਨੇ ਇਹਨਾਂ ਦਸਤਾਂਤਾਂ ਜਿਹੜੇ ਹੈਗਾ ਪਹਿਲੋਂ ਹੀ ਆਖਿਆ ਸੀ ਕਿ ਮੈਂ ਦਸਤਾਂਤਾਂ ਵਿੱਚ ਆਪਣਾ ਮੂੰਹ ਖੋਲਾਂਗਾ। ਫਿਰ ਅੱਗੇ ਜਾ ਕੇ ਅਗਰ ਅਸੀਂ ਪ੍ਰਭੂ ਯਿਸੂ ਦੇ ਬਚਨਾਂ ਨੂੰ ਵੇਖਦੇ ਹਾਂ, ਕਿਉਂਕਿ ਚੇਲੇ ਜਦੋਂ ਘਰ ਆਏ ਤਾਂ ਉਹਨਾਂ ਨੇ ਪ੍ਰਭੂ ਯਿਸੂ ਜੀ ਕੋਲੋਂ ਜੰਗਲੀ ਬੂਟੀ ਦੇ ਜਿਹੜਾ ਹੈ ਉਹ ਦਸਤਾਂਤਾਂ ਉਸ ਦੇ ਬਾਰੇ ਪੁੱਛਿਆ ਕਿ ਸਾਨੂੰ ਖੋਲ੍ਹ ਕੇ ਦੱਸੋ। ਤਦ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਚੇਲਿਆਂ ਨੂੰ ਜਿਹੜਾ ਹੈ ਜੰਗਲੀ ਜੜੀ ਬੂਟੀ ਦੇ ਦਸਤਾਨ ਦੇ ਬਾਰੇ ਖੋਲ੍ਹ ਕੇ ਸਮਝਾਇਆ ਜਾਂ ਅਰਥ ਉਹਨਾਂ ਦਾ ਖੋਲ੍ਹ ਕੇ ਦੱਸਿਆ। ਆਖਿਆ ਜਿਹੜਾ ਚੰਗਾ ਬੀਜ ਬੀਜਦਾ ਮਨੁੱਖ ਦਾ ਪੁੱਤਰ ਹੈ। ਖੇਤ ਜਗਤ ਹੈ, ਜ਼ਮੀਨ ਕੀ ਹੈ, ਧਰਤੀ ਕੀ ਹੈ, ਜਗਤ ਹੈ ਜਿਹਦੇ ਵਿੱਚ ਜਿਹੜਾ ਹੈ ਫਲ ਬੀਜਿਆ ਜਾਂਦਾ ਹੈ। ਖੇਤ ਜਗਤ ਹੈ ਅਤੇ ਚੰਗਾ ਬੀਜ ਰਾਜ ਦੇ ਪੁੱਤਰ ਹੈ ਅਤੇ ਜੰਗਲੀ ਬੂਟੀ ਦੋਸ਼ ਦਾ ਪੁੱਤਰ ਹੈ। ਜਿਸ ਵੈਰੀ ਨੇ ਉਸ ਨੂੰ ਬੀਜਿਆ ਉਹ ਸ਼ੈਤਾਨ ਹੈ। ਵਾਢੀ ਦਾ ਵੇਲਾ ਜੁਗ ਦਾ ਅੰਤ ਹੈ ਅਤੇ ਵੱਢਣ ਵਾਲੇ ਦੂਤ ਹਨ। ਸੋ ਜਿਸ ਪ੍ਰਕਾਰ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫੂਕੀ ਜਾਂਦੀ ਹੈ, ਉਸੇ ਪ੍ਰਕਾਰ ਇਹ ਯੁੱਗ ਦੇ ਅੰਤ ਵਿੱਚ ਹੋਵੇਗਾ। ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਘੱਲੇਗਾ, ਮੀਨ ਪ੍ਰਭੂ ਯਿਸੂ ਜੀ ਆਪਣੇ ਦੂਤਾਂ ਨੂੰ ਘੱਲੇਗਾ ਅਤੇ ਉਹ ਮਨੁੱਖ ਦੇ ਪੁੱਤਰ ਮੀਨ ਮਸੀਹ ਯਿਸੂ ਦੇ ਰਾਜ ਵਿੱਚੋਂ ਕੀ ਕਰਨਗੇ? ਉਹ ਸਾਰੀਆਂ ਠੋਕਰ ਖਾਣ ਵਾਲੀਆਂ ਚੀਜ਼ਾਂ ਤੇ ਕੁਕਰਮੀਆਂ ਨੂੰ ਇਕੱਠਾ ਕਰਨਗੇ ਅਤੇ ਉਹਨਾਂ ਨੂੰ ਭਖ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਚੀਚੀਆਂ ਦਾ ਵੱਟਣਾ ਹੋਵੇਗਾ। ਤਦ ਧਰਮੀ ਲੋਕ ਆਪਣੇ ਪਿਤਾ ਪ੍ਰਭੂ ਯਿਸੂ ਮਸੀਹ ਦੇ ਰਾਜ ਵਿੱਚ ਆਪਣੇ ਪਿਤਾ ਪ੍ਰਭੂ ਯਿਸੂ ਮਸੀਹ ਦੇ ਰਾਜ ਵਿੱਚ ਸੂਰਜ ਵਾਂਗੂ ਚਮਕਣਗੇ। ਇਸ ਲਈ ਧਰਤੀ ਦਾ ਦਿਲ ਜਿਹੜਾ ਹੈ ਉਹ ਮਨੁੱਖਾਂ ਦਾ ਦਿਲ ਹੈ, ਕਿਉਂਕਿ ਦਸਤਾਂਤ ਸਾਨੂੰ ਦੱਸਦੇ ਹਨ ਕਿ ਉਹ ਮਨੁੱਖਾਂ ਦੇ ਦਿਲਾਂ ਵਿੱਚ 3 ਦਿਨ ਅਤੇ 3 ਰਾਤਾਂ ਰਹੇਗਾ, ਜਿਸ ਦਾ ਬਿਆਨ ਅਸੀਂ ਹੋਰ ਵੀ ਅੱਗੇ ਜਾ ਕੇ ਵਿਸਤਾਰ ਨਾਲ ਸੁਣਾਂਗੇ। ਇਸ ਲਈ ਮਿਹਰਬਾਨੀ ਕਰਕੇ ਆਪਣੇ ਕੋਲ ਪੈਨ ਅਤੇ ਪੈਨਸਲ ਪੇਪਰ ਲੈ ਲਓ ਤਾਂ ਜੋ ਤੁਸੀਂ ਇਹਨਾਂ ਆਇਤਾਂ ਨੂੰ ਜਿਹੜਾ ਹੈ ਆਪਣੇ ਕੋਲ ਲਿਖ ਕੇ ਰੱਖ ਸਕੋ ਅਤੇ ਇਹਨਾਂ ਨੂੰ ਪਵਿੱਤਰ ਬਾਈਬਲ ਵਿੱਚੋਂ ਚੈੱਕ ਕਰ ਸਕੋ। ਜਦੋਂ ਹੁਣ ਅੱਗੇ ਅਸੀਂ ਮੱਤੀ ਦੀ ਅੰਜੀਲ ਵਿੱਚ ਚੱਲਦੇ ਹਾਂ, ਜਿੱਥੇ ਪ੍ਰਭੂ ਯਿਸੂ ਜੀ ਆਪਣੇ ਚੇਲਿਆਂ ਨੂੰ ਜਦੋਂ ਉਹ ਕੈਸਰੀਆ ਫਿਲਿੱਪੀ ਦੇ ਇਲਾਕੇ ਵਿੱਚ ਆਏ ਹਨ ਤਾਂ ਉਹਨਾਂ ਨੂੰ ਪੁੱਛਦੇ ਹਨ ਕਿ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ। ਉਹਨਾਂ ਨੇ ਦੱਸਿਆ, ਉਹਨਾਂ ਦੇ ਚੇਲਿਆਂ ਨੇ ਦੱਸਿਆ ਕਿ ਕਈ ਕੀ ਹੈ ਏਲੀਆ ਨਬੀ, ਕਈ ਜਿਹੜੇ ਹੈਗੇ ਹੈ ਉਸ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਦੱਸਦੇ ਹਨ। ਪਰ ਪ੍ਰਭੂ ਯਿਸੂ ਜੀ ਕਹਿੰਦੇ ਕਿ ਤੁਸੀਂ ਕੀ ਸਮਝਦੇ ਹੋ, ਤੁਸੀਂ ਕੀ ਆਖਦੇ ਹੋ? ਤਾਂ ਪਤਰਸ ਰਸੂਲ ਨੇ ਆਖਿਆ ਕਿ ਤੂੰ ਜਿਉਂਦੇ ਪਰਮੇਸ਼ਰ ਦਾ ਪੁੱਤਰ ਮਸੀਹ ਹੈ। ਸੋ ਪ੍ਰਭੂ ਯਿਸੂ ਨੇ ਪਤਰਸ ਨੂੰ ਆਖਿਆ ਕਿ ਇਸ ਗੱਲ ਦਾ ਭੇਦ ਤੂੰ ਨਹੀਂ ਬਲਕਿ ਮੇਰੇ ਪਿਤਾ ਨੇ ਜਿਹੜਾ ਅਸਮਾਨ ਵਿੱਚ ਹੈ ਤੇਰੇ ਉੱਤੇ ਖੋਲ੍ਹਿਆ ਹੈ। ਤੂੰ ਪਤਰਸ ਹੈ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ, ਇਸ ਚਟਾਨ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਕਿ ਮੇਰੀ ਚਰਚ ਉੱਤੇ ਕਲੀਸਿਆ ਉੱਤੇ, ਪੰਜਾਬੀ 'ਚ ਕਲੀਸਿਆ, ਅੰਗਰੇਜ਼ੀ ਚਰਚ, ਮੇਰੀ ਕਲੀਸਿਆ ਉੱਤੇ
ਜਿਹੜਾ ਹੈ ਪਤਾਲ ਦੇ ਫਾਟਕਾਂ ਦਾ ਕੋਈ ਵਸ ਨਹੀਂ ਚੱਲੇਗਾ। ਫਿਰ ਅੱਗੇ ਆਖਦੇ ਹਨ, ਪਰ ਮੈਨੂੰ ਜ਼ਰੂਰੀ ਹੈ, ਇਸ ਸਮੇਂ ਤੋਂ ਦੱਸਣ ਲੱਗੇ। ਜਦੋਂ ਇਹ ਗੱਲ ਹੋਈ ਆਪਣੇ ਚੇਲਿਆਂ ਨੂੰ ਦੱਸਿਆ ਤਾਂ ਫਿਰ ਉਸ ਸਮੇਂ ਤੋਂ ਆਪਣੇ ਚੇਲਿਆਂ ਨੂੰ ਆਖਣ ਲੱਗੇ ਕਿ ਮੈਨੂੰ ਜ਼ਰੂਰੀ ਹੈ। ਕੀ ਹੈ? ਮੈਨੂੰ ਜ਼ਰੂਰੀ ਹੈ ਜੋ ਮੈਂ ਯਰੂਸ਼ਲਮ ਨੂੰ ਜਾਵਾਂ ਅਤੇ ਬਜ਼ੁਰਗਾਂ ਅਤੇ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ ਤੀਏ ਦਿਨ ਜੀ ਉੱਠਾਂ। ਯਾਦ ਰੱਖਾਂ ਜੀ, ਮਿਹਰਬਾਨੀ ਕਰਕੇ, ਮਾਰ ਦਿੱਤਾ ਜਾਵਾਂ। ਮਰਨ ਤੋਂ ਬਾਅਦ ਤੀਏ ਦਿਨ ਫਿਰ ਮੈਂ ਜੀ ਉੱਠਾਂ ਨਾ। ਠੀਕ ਹੈ ਜੀ, ਤੀਏ ਦਿਨ, ਨਾ ਕਿ 3 ਦਿਨਾਂ ਤੋਂ ਬਾਅਦ। ਇੱਥੇ ਤੀਏ ਦਿਨ ਦੀ ਗੱਲ ਹੋ ਰਹੀ ਆ। ਫਿਰ ਅੱਗੇ ਚੱਲਦੇ ਹਾਂ। ਪ੍ਰਭੂ ਯਿਸੂ ਜੀ ਫਿਰ ਮੱਤੀ ਉਹਦਾ 17 ਚੈਪਟਰ ਤੋਂ 22 ਦੀ 23 ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਗਲੀਲ ਦੇ ਇਲਾਕੇ ਵਿੱਚੋਂ ਦੀ ਜਦੋਂ ਉਹ ਲੰਘ ਰਹੇ ਸਨ, ਇਕੱਠੇ ਹੋਏ ਸੀਗੇ, ਤਾਂ ਪ੍ਰਭੂ ਯਿਸੂ ਨੇ ਫਿਰ ਚੇਲਿਆਂ ਨੂੰ ਆਖਿਆ ਕਿ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਾਇਆ ਜਾਵੇਗਾ ਅਤੇ ਉਸ ਨੂੰ ਮਾਰ ਸੁੱਟਣਗੇ ਅਤੇ ਉਹ ਤੀਏ ਦਿਨ ਜੀ ਉੱਠੇਗਾ। ਫਿਰ ਵੀ ਦੇਖੋ ਜਨਾਬ, ਇੱਥੇ ਉਹ ਤੀਏ ਦਿਨ ਉਹਨੂੰ ਮਾਰ ਸੁੱਟਣਗੇ ਅਤੇ ਉਹ ਤੀਏ ਦਿਨ ਜੀ ਉੱਠੇ ਦਾ ਹੀ ਬਿਆਨ ਆਉਂਦਾ ਹੈ। ਤੀਸਰੇ ਦਿਨ ਦਾ ਹੀ ਬਿਆਨ, ਇੱਥੇ 3 ਦਿਨ 3 ਰਾਤਾਂ ਦਾ ਨਹੀਂ। ਪਰ ਇਹ ਵੀ ਯਾਦ ਰੱਖੋ ਕਿ ਅੱਗੇ ਜਾ ਕੇ ਫਿਰ ਪ੍ਰਭੂ ਯਿਸੂ ਜੀ ਕੀ ਆਖਦੇ ਹਨ। ਪ੍ਰਭੂ ਯਿਸੂ ਜੀ ਫਿਰ ਆਪਣੇ ਚੇਲਿਆਂ ਨੂੰ, ਜਦੋਂ ਉਹ ਯਰੂਸ਼ਲਮ ਜਾਂਦੇ ਸੀ, ਜਿਹੜਾ ਮੱਤੀ 20 ਦੀ 17 ਤੋਂ 19 ਵਿੱਚ ਲਿਖਿਆ, ਉਹਨਾਂ ਨੂੰ ਅਲੱਗ ਕਰਕੇ ਰਾਹ ਵਿੱਚ ਉਹਨਾਂ ਨੂੰ ਆਖਿਆ ਕਿ ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਮਨੁੱਖ ਦਾ ਪੁੱਤਰ ਪ੍ਰਧਾਨ ਜਾਜਕਾਂ ਗ੍ਰੰਥੀਆਂ ਦੇ ਹੱਥ ਫੜਵਾਇਆ ਜਾਵੇਗਾ। ਯਾਦ ਰੱਖਣਾ, ਉਹ ਮਾਰ ਸੁੱਟਣਗੇ ਦਾ ਹੁਕਮ ਦੇਣਗੇ ਅਤੇ ਉਸ ਉੱਤੇ ਠੱਠਾ ਕਰਨਗੇ ਅਤੇ ਕੋੜੇ ਮਾਰਨਗੇ ਅਤੇ ਸਲੀਬ ਉੱਤੇ ਚੜਾਉਣ ਲਈ ਪਰਾਈਆਂ ਕੌਮਾਂ ਦੇ ਹੱਥ ਵਿੱਚ ਫੜਵਾਉਣਗੇ। ਉਹ ਤੀਏ ਦਿਨ ਫਿਰ ਜਵਾਇਆ ਜਾਵੇਗਾ। ਠੀਕ ਹੈ ਜੀ, ਅੱਗੇ ਫਿਰ ਚੱਲੋ। ਮੱਤੀ 20 ਦੀ 28 ਵਿੱਚ ਪ੍ਰਭੂ ਯਿਸੂ ਜੀ ਆਖਦੇ ਹਨ ਕਿ ਮਨੁੱਖ ਦਾ ਪੁੱਤਰ ਆਪਣੀ ਜਾਨ ਦੇਣ, ਆਪਣੀ ਸੇਵਾ ਕਰਾਉਣ, ਪੁੱਤਰ ਆਪਣੀ ਸੇਵਾ ਕਰਾਉਣ ਨਹੀਂ ਬਲਕਿ ਸੇਵਾ ਕਰਨ ਅਤੇ ਬਹੁਤਿਆਂ ਦੇ ਥਾਂ ਛੁਟਕਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ ਹੈ। ਮਾਫ ਕਰਨਾ, ਕਿਉਂਕਿ ਇਹ ਜਿਹੜਾ ਅੱਜ ਦਾ ਜਿਹੜਾ ਬਚਨ ਹੈ ਥੋੜ੍ਹਾ ਲੰਬਾ ਹੋਏਗਾ। ਤੁਸੀਂ ਬੜੇ ਧਿਆਨ ਨਾਲ, ਸਬਰ ਨਾਲ ਇਸ ਨੂੰ ਸੁਣਨਾ, ਸਮਝਣਾ, ਤਾਂ ਜੋ ਤੁਸੀਂ ਸੱਚਾਈ ਨੂੰ ਜਾਣ ਸਕੋ ਅਤੇ ਇਸ ਝੂਠੇ ਪ੍ਰਚਾਰ ਤੋਂ, ਜਿਹੜਾ ਕਈ ਲੋਕ ਵੀਰਵਾਰ ਨੂੰ, ਕਈ ਲੋਕ ਬੁੱਧਵਾਰ ਨੂੰ ਆਖਦੇ ਹਨ, ਇਸ ਤੋਂ ਤੁਹਾਡਾ ਛੁਟਕਾਰਾ ਹੋ ਸਕੇ, ਤੁਸੀਂ ਸੱਚਾਈ ਨੂੰ ਜਾਣ ਸਕੋ ਅਤੇ ਪ੍ਰਭੂ ਯਿਸੂ ਜੀ ਦੇ ਮਰਨ ਦੇ ਦਿਨ, ਦੱਬਣ ਦੇ ਦਿਨ ਅਤੇ ਜੀ ਉੱਠਣ ਦੇ ਦਿਨ ਨੂੰ ਪ੍ਰਭੂ ਯਿਸੂ ਦੇ ਬਚਨਾਂ ਵਿੱਚੋਂ ਜਾਣ ਸਕੋ। ਹੁਣ ਅੱਗੇ ਲਿਖਿਆ ਹੈ, ਪ੍ਰਭੂ ਯਿਸੂ ਜੀ ਆਪਣੇ ਚੇਲਿਆਂ ਨੂੰ ਜਦੋਂ ਉਹ ਬੈਠੇ ਖਾਣਾ ਜਿਹੜਾ ਹੈ ਖਾ ਰਹੇ ਸਨ, ਮਤਲਬ ਕਿਉਂਕਿ ਉਹ ਪ੍ਰਭੂ ਯਿਸੂ ਜੀ ਆਪਣੇ ਚੇਲਿਆਂ ਨੂੰ ਆਖਦੇ ਹਨ ਕਿ ਜੇ ਅਸੀਂ ਮੱਤੀ 1:2 ਅਤੇ ਮਰਕਸ 14:1 ਪੜ੍ਹੀਏ ਤਾਂ ਪ੍ਰਭੂ ਯਿਸੂ ਆਪਣੇ ਚੇਲਿਆਂ ਨੂੰ ਆਖਿਆ, ਤੁਸੀਂ ਜਾਣਦੇ ਹੋ, ਕਿਉਂਕਿ ਜਿਸ ਦਿਨ ਪਹਿਲਾਂ ਉਹ ਜਿਹਨੂੰ ਆਪਾਂ ਹੁਣ ਆਪਾਂ ਮਨਾ ਰਹੇ ਹਾਂ ਕਿ ਪਾਮ ਸੰਡੇ ਆਖਿਆ ਜਾਂਦਾ ਹੈ, ਭਾਵੇਂ ਕਿ ਬਾਈਬਲ ਵਿੱਚ ਨਹੀਂ ਲਿਖਿਆ ਗਿਆ, ਪਰ ਇਸ ਨੂੰ ਪਾਮ ਸੰਡੇ ਦਾ ਦਿਨ ਦਾ ਨਾਮ ਦਿੱਤਾ ਗਿਆ ਹੈ। ਆਖਦੇ ਹਨ ਪਾਮ ਸੰਡੇ ਤੋਂ ਐਤਵਾਰ ਨੂੰ ਉਹ ਜਿਹੜਾ ਹਫ਼ਤੇ ਦਾ ਪਹਿਲਾ ਦਿਨ ਆ, ਉਹ ਇਸ ਲਈ ਪਾਮ ਸੰਡੇ ਉਸ ਨੂੰ ਆਖਿਆ ਹੈ। ਗਧੀ ਦੇ ਬੱਚੇ 'ਤੇ ਸਵਾਰ ਹੋ ਕੇ ਆਪ ਜਿਹੜਾ ਹੈ ਯਰੂਸ਼ਲਮ ਨੂੰ ਜਾਂਦੇ ਹਨ, ਤਾਂ ਉਸ ਵਕਤ ਜਿਹੜਾ ਹੈ ਜਾਣ ਤੋਂ ਪਹਿਲਾਂ ਉਹ 26 ਦੀ ਆਪਣਾ ਜਿਹੜਾ ਹੈ ਪਸਾਹ ਦਾ ਤਿਉਹਾਰ ਖਾਣ ਤੋਂ ਪਹਿਲਾਂ ਮੱਤੀ 26 ਦੀ 1:2 ਅਤੇ 14:1 ਵਿੱਚ ਆਪਣੇ ਚੇਲਿਆਂ ਨੂੰ ਆਖਦੇ ਹਨ ਕਿ 2 ਦਿਨਾਂ ਦੇ ਪਿੱਛੋਂ ਪਸਾਹ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤਰ ਸਲੀਬ ਉੱਤੇ ਦੇਣ ਜਾਣ ਲਈ ਫੜਾਇਆ ਜਾਵੇਗਾ। ਠੀਕ ਹੈ ਜੀ,
ਅੱਗੇ ਆਖਦੇ ਹਨ, ਫਿਰ ਧਿਆਨ ਨਾਲ ਯਾਦ ਰੱਖੋ ਹੁਣ ਤਿੰਨਾਂ ਦੇ ਨਾਲ ਹੀ ਗੱਲ ਦੇ ਬਾਰੇ ਵਿੱਚ ਵੀ ਅੱਗੇ ਆਖਦੇ ਹਨ ਕਿ ਜਦੋਂ ਇਹ ਹੋਇਆ ਤਾਂ ਹੋਇਆ ਕਿ ਜੇ ਅਸੀਂ ਅੱਗੇ ਪੜ੍ਹੀਏ ਤਾਂ ਜਿਹੜਾ ਹੈ ਲੋਕਾਂ ਨੇ ਆਪਣੇ ਜਿਹੜਾ ਹੈ ਪ੍ਰਧਾਨ ਜਾਜਕ ਕਜ਼ਾਫਾ ਦੇ ਘਰ ਦੇ ਵਿਹੜੇ ਵਿੱਚ ਮਤਾ ਪਕਾਇਆ ਕਿ ਕਿਸੇ ਤਰੀਕੇ ਨਾਲ ਪ੍ਰਭੂ ਯਿਸੂ ਜੀ ਨੂੰ ਅਸੀਂ ਜਿਹੜਾ ਛਲ ਨਾ ਫੜ ਕੇ ਮਾਰ ਸੁੱਟੀਏ। ਸੋ ਇਸ ਤੋਂ ਅੱਗੇ ਚੱਲਦੇ ਹਾਂ, ਫਿਰ ਇਸ ਤੋਂ ਪਿਤਾ ਦੇ ਤਿਉਹਾਰ ਦੇ ਬਾਰੇ ਅੱਗੇ ਹੋਰ ਵਿਸਤਾਰ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਹੁਣ ਮਰਕਸ ਵਿੱਚ ਚੱਲਦੇ ਹਾਂ। ਪਹਿਲਾਂ ਅਸੀਂ ਮੱਤੀ ਵਿੱਚੋਂ ਵੇਖਿਆ ਹੈ, ਹੁਣ ਅਸੀਂ ਮਰਕਸ ਦੀ 8 ਚੈਪਟਰ ਦੀ 31 ਆਇਤ ਵਿੱਚ ਪ੍ਰਭੂ ਯਿਸੂ ਜੀ ਕੀ ਫਿਰ ਆਖਦੇ ਹਨ। ਪ੍ਰਭੂ ਯਿਸੂ ਜੀ ਨੇ ਚੇਲਿਆਂ ਨੂੰ ਆਖਿਆ, ਭਈ ਜ਼ਰੂਰੀ ਹੈ ਵੀ ਮਨੁੱਖ ਦਾ ਪੁੱਤਰ ਦੁੱਖ ਝੱਲੇ, ਬਜ਼ੁਰਗਾਂ ਤੇ ਪ੍ਰਧਾਨ ਜਾਜਕਾਂ ਤੇ ਗ੍ਰੰਥੀਆਂ ਦੀ ਵੱਲੋਂ ਰੱਦਿਆ ਜਾਵੇ ਅਤੇ ਜਾਨੋਂ ਮਾਰਿਆ ਜਾਵੇ ਅਤੇ 3 ਦਿਨਾਂ ਪਿੱਛੋਂ ਜੀ ਉੱਠੇ। ਹੁਣ ਆਇਆ ਜੀ 3 ਦਿਨਾਂ ਪਿੱਛੋਂ ਜੀ ਉੱਠੇ, ਪਰ ਸ਼ੁਰੂ ਕਿੱਥੋਂ ਹੁੰਦਾ ਹੈ ਕਿ ਮਨੁੱਖ ਦਾ ਪੁੱਤਰ ਜਿਹੜਾ ਹੈ ਉਹਨੂੰ ਜ਼ਰੂਰੀ ਹੈ, ਪ੍ਰਭੂ ਯਿਸੂ ਨੂੰ ਜ਼ਰੂਰੀ ਹੈ ਕਿ ਬਹੁਤ ਦੁੱਖ ਝੱਲੇ, ਬਜ਼ੁਰਗਾਂ ਤੇ ਪ੍ਰਧਾਨ ਜਾਜਕਾਂ ਤੇ ਗ੍ਰੰਥੀਆਂ ਦੇ ਵੱਲੋਂ ਰੱਦਿਆ ਜਾਵੇ। ਇਹ ਉਸ ਸਮੇਂ ਤੋਂ ਗੱਲ ਹੋ ਰਹੀ ਹੈ ਜਿਸ ਦਿਨ ਤੋਂ ਫੜਿਆ ਜਾਵੇ, ਉਹ ਜਿਹੜਾ ਉਹ ਫੜ ਲੈਣ ਉਸ ਨੂੰ, ਔਰ ਪਸਾਦ ਖਾਣ ਤੋਂ ਬਾਅਦ ਫੜੇ ਗਏ ਨਾ, ਫੜ ਲੈਣ ਤੇ ਬਹੁਤ ਸਾਰਾ ਜ਼ਰੂਰੀ ਕਿ ਦੁੱਖ ਝੱਲੇ, ਪ੍ਰਧਾਨਾਂ ਤੋਂ ਰੱਦਿਆ ਜਾਵੇ, ਫਿਰ ਮਾਰਿਆ ਜਾਵੇ ਅਤੇ 3 ਦਿਨਾਂ ਵਿੱਚੋਂ। ਇੱਥੇ ਸਵਾਲ ਉੱਠਦਾ ਜੀ ਕਿ 3 ਦਿਨਾਂ ਦੀ ਗੱਲ ਹੋ ਰਹੀ ਹੈ। 3 ਦਿਨ ਕਦੋਂ ਦੀ? ਜਦੋਂ ਉਹ ਉਸ ਨੂੰ ਫੜ ਲੈਣ, ਪਿਤਾ ਦੇ ਤਿਉਹਾਰ ਦੇ ਖਾਣੇ ਤੋਂ ਬਾਅਦ ਉਸ ਨੂੰ ਫੜ ਲਿਆ। ਇਹ ਉਸ ਸਮੇਂ ਦੀ ਗੱਲ ਹੈ, ਉਹਨਾਂ 3 ਦਿਨਾਂ ਦੀ ਗੱਲ ਹੋ ਰਹੀ ਆ, ਕਿਉਂਕਿ ਪਿਤਾ ਦਾ ਤਿਉਹਾਰ ਜਿਹੜਾ ਹੈ ਤਿਆਰੀ ਦੇ ਦਿਨ ਤੋਂ 1 ਦਿਨ ਪਹਿਲੋਂ ਸੀ। ਪਿਤਾ ਦਾ ਦਿਨ ਤਿਉਹਾਰ ਆਪਣੇ ਤਿਆਰੀ ਦੇ ਦਿਨ, ਸਬਤ ਦੀ ਤਿਆਰੀ ਦੇ ਦਿਨ ਤੋਂ 1 ਦਿਨ ਪਹਿਲੋਂ ਕੀਤਾ ਗਿਆ, ਜਾਣੀ ਕਿ ਵੀਰਵਾਰ ਨੂੰ ਖਾਣਾ ਖਾਧਾ ਅਤੇ ਵੀਰਵਾਰ ਨੂੰ ਪ੍ਰਭੂ ਯਿਸੂ ਜੀ ਨੂੰ ਉਹਨਾਂ ਨੇ ਰਾਤ ਨੂੰ ਫੜਿਆ ਅਤੇ ਉਸ ਨੂੰ ਬਹੁਤ ਸਾਰੇ, ਜੇ ਤੁਸੀਂ ਬਾਈਬਲ ਵਿੱਚ ਪੜ੍ਹੋ, ਉਸ ਨੂੰ ਠੱਠੇ ਮਜ਼ਾਕ ਔਰ ਉਹਦੇ ਉੱਤੇ ਸਿਰ 'ਤੇ ਕਾਨਾ ਮਾਰਿਆ, ਉਹਨੂੰ ਪੁੱਛਿਆ, ਬਹੁਤ ਦੁੱਖ ਚੱਲਿਆ। ਉਸ ਦਿਨ ਉਹ ਕਿਹਨਾਂ ਦੇ ਦਿਲ ਵਿੱਚ ਸੀ, ਕਿਹਨਾਂ ਦੇ ਹੱਥ ਵਿੱਚ ਸੀ? ਵੀਰਵਾਰ ਤੋਂ ਕਿਹਨਾਂ ਦੇ ਸੀ? ਵੀਰਵਾਰ ਤੋਂ ਉਹ ਉਹਨਾਂ ਪਾਪੀਆਂ ਜਿਹੜੇ ਪ੍ਰਧਾਨ ਜਾਜਕਾਂ, ਗ੍ਰੰਥੀਆਂ ਅਤੇ ਬਜ਼ੁਰਗਾਂ ਦੇ ਹੱਥ ਵਿੱਚ ਸੀ। ਇਸੇ ਲਈ ਉਹਨਾਂ ਦੇ ਦਿਲ ਵਿੱਚ ਸੀ ਕਿ ਇਹਨੂੰ ਮਾਰ ਸੁੱਟਣਾ ਹੈ, ਉਹਨਾਂ ਦੇ ਦਿਲ ਸੀ ਕਿ ਇਸ ਨੂੰ ਦੁੱਖ ਦੇਣਾ ਹੈ, ਤਾਂ ਉਹਨਾਂ ਨੇ ਉਹ ਕੁਝ ਉਹਦੇ ਨਾਲ ਕੀਤਾ। ਇਸ ਲਈ ਇੱਥੇ 3 ਦਿਨਾਂ ਦੀ ਜਿਹੜੀ ਗੱਲ ਹੋ ਰਹੀ ਆ, ਉਹਦੇ ਫੜਵਾਏ ਜਾਣ ਦੇ ਦਿਨ ਤੋਂ 3 ਦਿਨ ਦੀ ਗੱਲ ਹੋ ਰਹੀ ਆ, ਨਾ ਕਿ ਉਹਦੇ ਮਰ ਜਾਣ ਤੋਂ ਬਾਅਦ ਦੇ 3 ਦਿਨ ਦੀ ਗੱਲ ਹੁੰਦੀ, ਜੀ ਉੱਠਣ ਦੀ ਗੱਲ ਹੁੰਦੀ ਹੈ। ਇਸ ਲਈ ਪ੍ਰਭੂ ਯਿਸੂ ਨੇ ਪਹਿਲਾਂ ਹੀ ਇਸ ਗੱਲ ਨੂੰ ਖੋਲ੍ਹ ਕੇ ਆਖਿਆ ਸੀ ਕਿ ਧਰਤੀ ਦੇ ਦਿਲ ਦੇ ਅੰਦਰ ਮਨੁੱਖ ਦਾ ਪੁੱਤਰ 3 ਦਿਨ ਅਤੇ 3 ਰਾਤਾਂ ਹੋਵੇਗਾ। ਓਕੇ, ਇਸ ਲਈ ਯਾਦ ਰੱਖਣਾ, ਇਹ ਗੱਲਾਂ ਹੀ ਬਹੁਤ ਅੱਛੇ ਤਰੀਕੇ ਨਾਲ ਸੱਚਾਈ ਨੂੰ ਬਿਆਨ ਕਰਦੀਆਂ ਹਨ। ਫਿਰ ਅਸੀਂ ਅੱਗੇ ਮਰਕਸ 9 ਦੀ 30-31 ਵਿੱਚ, ਜਦ ਉਹ ਗਲੀਲ ਵਿੱਚ ਦੀ ਲੰਘ ਰਹੇ ਸਨ ਤੇ ਪ੍ਰਭੂ ਯਿਸੂ ਜੀ ਉਹਨਾਂ ਨੂੰ ਇਹ ਸਿਖਾਲਦਾ ਸੀ ਅਤੇ ਉਹਨਾਂ ਨੂੰ ਆਖਦਾ ਸੀ ਵੀ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਾਇਆ ਜਾਂਦਾ ਹੈ, ਉਸ ਨੂੰ ਮਾਰ ਸੁੱਟਣਗੇ ਅਤੇ ਮਾਰੇ ਜਾਣ ਦੇ ਪਿੱਛੋਂ ਉਹ 3 ਦਿਨ ਜੀ ਉੱਠੇਗਾ। ਮਾਰੇ ਜਾਣ ਤੇ ਜਦੋਂ ਮਰ ਜਾਂਦਾ ਹੈ, ਦੱਬਿਆ ਜਾਂਦਾ ਹੈ, ਫਿਰ 30 ਦਿਨ ਜੀ ਉੱਠੇਗਾ। ਇਹ ਨਹੀਂ ਕਿ 3 ਦਿਨਾਂ ਤੋਂ ਬਾਅਦ, ਪਰ ਪਹਿਲੋਂ ਜਿਹੜਾ 31 ਅਸੀਂ ਪੜ੍ਹਿਆ, ਉਹਦੇ ਫੜਵਾਏ ਜਾਣ ਤੋਂ 3 ਦਿਨ ਤੋਂ ਪਿੱਛੋਂ ਉਹ ਜੀ ਉੱਠੇਗਾ। ਇਹਨਾਂ ਚੀਜ਼ਾਂ ਨੂੰ ਧਿਆਨ ਰੱਖੋ, ਨਾ ਕਿ ਉਹ ਅੱਜ ਜਿਹੜੀ 12 ਮੱਤੀ ਦੀ 12 ਤੋਂ 38 ਦੀ 40 ਵਿੱਚ ਜੋ ਕੁਝ ਲਿਖਿਆ ਸੀ, ਉਹ ਤੇ ਧਰਤੀ ਦੇ ਦਿਲ ਅੰਦਰ ਵਿੱਚ ਹੋਣ ਦੀ ਗੱਲ ਕੀਤੀ ਸੀ, ਮਨੁੱਖਾਂ ਦੇ ਦਿਲ ਵਿੱਚ ਸੀ। ਮਨੁੱਖ ਉਸ ਨਾਲ ਕੀ ਕੁਝ ਕਰਨਗੇ, ਉਹਨਾਂ 3 ਦਿਨਾਂ ਲਈ, ਔਰ ਫਿਰ 3 ਦਿਨ ਦੇ ਬਾਅਦ ਉਹ ਜੀ ਉੱਠਣਗੇ ਦੀ ਗੱਲ ਹੋ ਰਹੀ ਹੈ। ਇਸ ਲਈ ਇਸ ਗੱਲ ਦੇ ਭੁਲੇਖੇ ਨੂੰ, ਇਹਨਾਂ ਵਚਨਾਂ ਨੂੰ ਜਾਣ ਕੇ ਆਪਣੇ ਦਿਲ ਵਿੱਚੋਂ ਕੱਢ ਲਓ, ਕਿਉਂਕਿ
ਜੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕੀਤਾ, ਉਹਨਾਂ ਨੂੰ ਪ੍ਰਭੂ ਯਿਸੂ ਨੇ ਆਖਿਆ ਕਿ ਜੇ ਤੁਸੀਂ ਮੇਰੇ ਵਚਨ ਉੱਤੇ ਖੜੇ ਰਹੋ ਤਾਂ ਠੀਕ, ਤੁਸੀਂ ਮੇਰੇ ਚੇਲੇ ਹੋ। ਸੱਚਾਈ ਨੂੰ ਜਾਣੋਗੇ ਤਾਂ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ, ਹਰ ਸ਼ੱਕ ਤੋਂ, ਹਰ ਭਰਮ ਤੋਂ, ਹਰ ਪਾਪ ਤੋਂ, ਹਰ ਬਿਮਾਰੀ ਤੋਂ ਆਜ਼ਾਦ ਕਰੇਗੀ। ਇਸ ਲਈ ਫਿਰ ਉਹ ਆਖਦੇ ਹਨ ਕਿ ਮੇਰੀ ਪ੍ਰਜਾ ਮੇਰੇ ਗਿਆਨ ਦੇ ਬਿਨਾਂ ਨਾਸ ਹੁੰਦੀ ਹੈ। ਤੂੰ ਮੇਰੇ ਜਿਹੜਾ ਹੈ ਗਿਆਨ ਨੂੰ ਰੱਦ ਕੀਤਾ, ਮੈਂ ਤੈਨੂੰ ਜਾਚਕੋਂ ਤੋਂ ਰੱਦ ਕਰਾਂਗਾ। ਤੂੰ ਮੇਰੀ ਵਿਵਸਥਾ ਨੂੰ ਭੁੱਲ ਗਿਆ, ਮੇਰੀਆਂ ਆਗਿਆਵਾਂ ਨੂੰ ਭੁੱਲ ਗਿਆ, ਤੇ ਮੈਂ ਤੇਰੇ ਬੱਚਿਆਂ ਨੂੰ ਭੁੱਲ ਜਾਵਾਂਗਾ। ਅੱਗੇ ਹੋਸ਼ਿਆਰ 6:6 ਵਿੱਚ ਆਖਦੇ ਹਨ ਕਿ ਮੈਂ ਭੇਂਟਾਂ ਨੂੰ, ਬਲੀਦਾਨਾਂ ਨੂੰ ਨਹੀਂ, ਬਲਕਿ ਮੈਂ ਗਿਆਨ ਨੂੰ ਚਾਹੁੰਦਾ ਹਾਂ। ਇਸ ਲਈ ਯਾਦ ਰੱਖੋ, ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਗਿਆਨ ਸਾਨੂੰ ਖੋਲ੍ਹ ਕੇ ਦੱਸਦਾ ਕਿ ਧਰਤੀ ਦਾ ਦਿਲ ਕੀ ਹੈ, ਜਿੱਥੇ ਪ੍ਰਭੂ ਯਿਸੂ ਜੀ 3 ਦਿਨ ਅਤੇ 3 ਰਾਤਾਂ ਧਰਤੀ ਦੇ ਅੰਦਰ ਧਰਤੀ ਦੇ ਦਿਲ ਦੇ ਅੰਦਰ ਹੋਵੇਗਾ, ਅਤੇ ਫਿਰ ਉਸ ਨੂੰ ਬਾਕੀ ਦੇ ਸਾਰੇ ਬਚਨਾਂ ਵਿੱਚ ਦੱਸ ਦੇਣ ਕਿ ਪ੍ਰਭੂ ਯਿਸੂ ਜੀ ਜਿਹੜਾ 30 ਦਿਨ ਆਪਣੇ ਮਾਰੇ ਜਾਣ ਤੋਂ 30 ਦਿਨ, ਆਪਣੇ ਦਬੇ ਮਾਰਨ ਤੋਂ ਬਾਅਦ 30 ਦਿਨ ਜੀ ਉੱਠੇਗਾ, ਜਿਹੜਾ ਕਿ ਐਤਵਾਰ ਹਫਤੇ ਦਾ ਪਹਿਲਾ ਦਿਨ ਹੈ। ਇਹਨਾਂ ਗੱਲਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਅਸੀਂ ਮੱਤੀ ਵਿੱਚ ਵੀ ਵੇਖ ਲਿਆ ਹੈ, ਅਸੀਂ ਫਿਰ ਮਰਕਸ ਵਿੱਚ ਵੀ ਵੇਖ ਲਿਆ ਹੈ, ਹੁਣ ਅਸੀਂ ਲੂਕਾ ਦੀ ਅੰਜੀਲ ਵੱਲ ਚੱਲਦੇ ਹਾਂ। ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਚੇਲਿਆਂ ਨੂੰ 18 ਚੈਪਟਰ ਲੂਕਾ 18 ਉਹਦੀ 31-33 ਵਿੱਚ ਆਖਿਆ ਕਿ ਸਭ ਕੁਝ ਜੋ ਨਬੀਆਂ ਦੇ ਰਾਹੀਂ ਮਨੁੱਖ ਦੇ ਪੁੱਤਰ ਦੇ ਹੱਕ ਵਿੱਚ ਲਿਖਿਆ ਹੋਇਆ ਹੈ ਪੂਰਾ ਕੀਤਾ ਜਾਵੇਗਾ। ਉਹ ਪਰਾਈਆਂ ਕੌਮਾਂ ਦੇ ਹੱਥ ਫੜਵਾਇਆ ਜਾਵੇਗਾ, ਅਤੇ ਉਹਦੇ ਉੱਤੇ ਠੱਠਾ ਮਾਰਿਆ ਜਾਵੇਗਾ, ਉਹਦੇ ਉੱਤੇ ਥੁੱਕਿਆ ਜਾਵੇਗਾ, ਅਤੇ ਕੋੜੇ ਮਾਰੇ ਜਾਣਗੇ, ਅਤੇ ਉਹਦੀ ਪੱਤ ਲਾਈ ਜਾਵੇਗੀ। ਉਸ ਨੂੰ ਮਾਰ ਸੁੱਟਣਗੇ, ਅਤੇ ਵੇਖੋ ਉਹ 30 ਦਿਨ ਮੁਰਦਿਆਂ ਵਿੱਚੋਂ ਜੀ ਉੱਠੇਗਾ। ਮੁਰਦਿਆਂ ਵਿੱਚੋਂ ਮੀਨ ਆਪਣੇ ਮਰਨ ਤੋਂ ਬਾਅਦ 30 ਦਿਨ ਜੀ ਉੱਠੇਗਾ, ਨਾ ਕਿ ਫੜਵਾਏ ਦਿਨ ਜਾਣ ਤੋਂ। ਫੜਵਾਏ ਗਏ ਦਿਨ ਦੇ ਬਾਰੇ ਵਿੱਚ ਉਹਨਾਂ ਨੇ ਜਿਹੜਾ ਹੈ ਮਰਕਸ 8:31 ਵਿੱਚ ਲਿਖਿਆ ਹੈ ਕਿ ਉਹ ਫੜਵਾਏ ਜਾਣ ਦੇ ਦਿਨ ਤੋਂ 30 ਦਿਨ ਬਾਅਦ ਉਹ ਜੀ ਉੱਠੇਗਾ। ਇਸ ਲਈ ਉਹਨਾਂ ਨੇ ਉਹ ਜਿਹੜੀ ਗੱਲ ਮੱਤੀ 12:38 ਤੋਂ 40 ਵਿੱਚ ਆਖੀ ਸੀ ਕਿ ਜਿਵੇਂ ਯੂਹੰਨਾ 3 ਦਿਨ ਤੇ 3 ਯੂਹੰਨਾ ਨਬੀ 3 ਦਿਨ ਤੇ 3 ਰਾਤਾਂ ਮੱਛੀ ਦੇ ਪੇਟ ਵਿੱਚ ਰਿਹਾ, ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਜਾਣੀ ਪ੍ਰਭੂ ਯਿਸੂ ਮਸੀਹ ਜੀ ਵੀ 3 ਦਿਨ ਅਤੇ 3 ਰਾਤਾਂ ਧਰਤੀ ਦੇ ਦਿਲ ਅੰਦਰ ਹੋਵੇਗਾ। ਧਰਤੀ ਦਾ ਦਿਲ ਕੌਣ ਹੈ? ਲੋਕਾਂ ਦੇ ਦਿਲ ਅੰਦਰ ਵਿੱਚ ਹੋਵੇਗਾ, ਸੰਸਾਰ ਦੇ ਲੋਕਾਂ ਦੇ ਦਿਲ ਵਿੱਚ ਤੇ ਅੰਦਰ ਹੋਵੇਗਾ। ਹੁਣ ਅਸੀਂ ਅੱਗੇ ਚੱਲਦੇ ਹਾਂ। ਅਸੀਂ ਯਾਦ ਰੱਖੋ ਕੀ ਹੈ, ਮੱਤੀ ਵੀ ਵੇਖਿਆ ਹੈ, ਮੱਤੀ ਦਾ ਅੰਜੀਲ ਚੋਂ ਵੀ ਸਿੱਖਿਆ ਹੈ, ਅਸੀਂ ਲੂਕਾ ਦੀ ਅੰਜੀਲ ਤੋਂ ਵੀ ਸਿੱਖਿਆ ਹੈ। ਹੁਣ ਅਸੀਂ ਜਿਹੜਾ ਹੈ ਯਹੂਨਾ ਦੀ ਅੰਜੀਲ ਵੱਲ ਚੱਲਦੇ ਹਾਂ। ਯਹੂਨਾ ਦੀ ਅੰਜੀਲ ਉਹਦੇ ਦੂਸਰੇ ਚੈਪਟਰ ਦੀ 13 ਤੋਂ 33 ਵਿੱਚ ਲਿਖਿਆ ਹੈ ਕਿ ਯਹੂਦੀਆਂ ਦੇ 50 ਦਾ ਤਿਉਹਾਰ ਨੇੜੇ ਸੀ, ਅਤੇ ਪ੍ਰਭੂ ਯਿਸੂ ਮਸੀਹ ਜੀ ਯਰੂਸ਼ਲਮ ਨੂੰ ਗਿਆ, ਅਤੇ ਉਸਨੇ ਹੈਕਲ ਵਿੱਚ ਡੰਗਰ, ਭੇਡਾਂ ਤੇ ਕਬੂਤਰ ਵੇਚਣ ਵਾਲਿਆਂ ਨੂੰ ਬਾਹਰ ਕੱਢਿਆ ਤੇ ਉਹਨਾਂ ਨੂੰ ਆਖਿਆ, ਮੇਰੇ ਪਿਤਾ ਦਾ ਘਰ ਵਪਾਰ ਦੀ ਮੰਡੀ ਨਾ ਬਣਾਓ। ਠੀਕ ਹੈ ਜੀ। ਜੇ ਅਸੀਂ ਇਹੋ ਹੀ ਵਚਨ ਮੱਤੀ, ਜੇ ਮਰਕਸ ਅਤੇ ਲੂਕਾ ਵਿੱਚ ਪੜ੍ਹੀਏ ਤਾਂ ਉੱਥੇ ਲਿਖਿਆ ਹੈ ਕਿ ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਹੋਵੇਗਾ। ਠੀਕ ਹੈ ਜੀ। ਉਸ ਤੋਂ ਅੱਗੇ ਦੇਖੋ, ਆਖਦੇ ਨੇ ਪ੍ਰਭੂ ਯਿਸੂ ਜਦੋਂ ਉਹਨਾਂ ਨੇ ਕੱਢਿਆ ਤਾਂ ਉਹ ਜਿਹੜੇ ਯਹੂਦੀ ਆ ਉਹਨਾਂ ਨੇ ਪ੍ਰਭੂ ਯਿਸੂ ਜੀ ਨੂੰ ਅੱਗੋਂ ਆਖਿਆ ਕਿ ਤੂੰ ਕਿਹੜਾ ਨਿਸ਼ਾਨ ਸਾਨੂੰ ਵਿਖਾਉਣਾ, ਕਿਹੜੀ ਨਿਸ਼ਾਨੀ ਵਿਖਾਲਦਾ ਹੈ ਜੋ ਇਹ ਕੰਮ ਕਰਦਾ ਹੈ। ਤਾਂ ਪ੍ਰਭੂ ਯਿਸੂ ਜੀ ਨੇ ਉਹਨਾਂ ਨੂੰ ਉੱਤਰ ਦਿੱਤਾ, ਇਸ ਹੈਕਲ ਨੂੰ ਢਾਹ ਸੁੱਟੋ ਤਾਂ ਮੈਂ 3 ਦਿਨਾਂ ਦੇ ਵਿੱਚ ਖੜਾ ਕਰ ਦਿਆਂਗਾ। ਵਿੱਚ 3 ਦਿਨਾਂ ਦੇ ਵਿੱਚ, 3 ਦਿਨਾਂ ਦੇ ਬਾਅਦ ਨਹੀਂ। ਮੈਂ ਇਸ ਮੰਜ਼ਿਲ ਜਿਹੜੀ ਹੈਕਲ ਨੂੰ ਢਾਹ ਦਿਓ
ਤਾਂ ਮੈਂ ਤਿੰਨਾਂ ਦਿਨਾਂ ਵਿੱਚ ਖੜੇ ਕਰੋ। ਆਪਣੀ ਮੌਤ ਦੀ ਗੱਲ, ਆਪਣੇ ਸਰੀਰ ਦੀ ਮੌਤ ਦੀ ਗੱਲ ਕਰ ਰਹੇ ਸਨ। ਜਿਵੇਂ ਕਿ ਅਸੀਂ ਪੜ੍ਹਦੇ ਹਾਂ, ਹੁਣ ਧਿਆਨ ਨਾਲ ਵੇਖੋ, ਲਿਖਿਆ ਉਪਰੰਤ ਯਹੂਦੀਆਂ ਨੇ ਉਹਨਾਂ ਨੂੰ ਵਿਖਾਲਦਾ ਹੈ, ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ ਕਿ ਸਾਈਕਲ ਨੂੰ ਢਾਹ ਦਿਓ, ਮੈਂ ਤਿੰਨਾਂ ਦਿਨ ਵਿੱਚ ਖੜਾ ਕਰ ਦਿਆਂਗਾ। ਅੱਗੇ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਸਰੀਰ ਦੀ ਹੈਕਲ ਦੀ ਗੱਲ ਕਹੀ ਸੀ। ਹਾਂ, ਹੁਣ ਅੱਗੇ ਚੱਲਦੇ ਹਾਂ। ਇੱਥੋਂ ਤੱਕ ਮਰਨ ਤੇ ਜੀ ਉੱਠਣ ਦੀ ਜਿਹੜੀ ਅਸੀਂ ਪ੍ਰਭੂ ਯਿਸੂ ਦੀਆਂ ਚਾਰੇ ਅੰਜੀਲਾਂ ਵਿੱਚੋਂ ਜਾਣਕਾਰੀ ਪ੍ਰਾਪਤ ਕੀਤੀ ਹੈ, ਬਚਨ ਜਾਂ ਸੱਚਾਈ ਨੂੰ ਪ੍ਰਾਪਤ ਕੀਤਾ ਹੈ। ਹੁਣ ਅਸੀਂ ਚੱਲਦੇ ਹਾਂ ਪ੍ਰਭੂ ਯਿਸੂ ਮਸੀਹ ਜੀ ਹੁਣ ਕੀ ਆਖਦੇ ਹਨ। ਪ੍ਰਭੂ ਯਿਸੂ ਮਸੀਹ ਜੀ ਜਿਹੜਾ ਹੈ ਉਹ ਯਹੂਨਾ 5 ਦੀ 39 ਤੇ 40 ਵਿੱਚ ਪਹਿਲਾਂ ਆਖਦੇ ਹਨ, ਬੇਪਤੀ ਤੇ ਯਹੂਦੀਆਂ ਨੂੰ ਪ੍ਰਭੂ ਯਿਸੂ ਜੀ ਆਖਦੇ ਹਨ ਕਿ ਤੁਸੀਂ ਲਿਖਤਾਂ ਨੂੰ ਭਾਲਦੇ ਹੋ, ਤੁਸੀਂ ਸਮਝੋ ਜੋ ਇਹਨਾਂ ਲਿਖਤਾਂ ਵਿੱਚ ਸਾਨੂੰ ਸਦੀਵੀ ਜੀਵਨ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਹਨ ਸੋ ਇਹੋ ਹਨ। ਤੁਸੀਂ ਜੀਵਨ ਲੱਭਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ ਹੋ। ਠੀਕ ਹੈ ਜੀ। ਫਿਰ ਉਹਨਾਂ ਨੂੰ ਆਖਦੇ ਹਨ, ਫਿਰ ਅੱਗੇ ਜਾ ਕੇ 5 ਦੀ 46-47 ਵਿੱਚ ਆਖਦੇ ਹਨ, ਜੇ ਤੁਸੀਂ ਮੂਸਾ ਦੀ ਪ੍ਰਤੀਤ ਕਰਦੇ ਤਾਂ ਮੇਰੀ ਵੀ ਪ੍ਰਤੀਤ ਕਰਦੇ, ਕਿਉਂ ਜੋ ਮੂਸਾ ਨੇ ਮੇਰੇ ਹੱਕ ਵਿੱਚ ਲਿਖਿਆ ਸੀ। ਪਰ ਜਾਂ ਤੁਸੀਂ ਮੂਸਾ ਦੀ ਪ੍ਰਤੀਤ ਨਹੀਂ ਕਰਦੇ ਤਾਂ ਮੇਰੀਆਂ ਗੱਲਾਂ ਦੀ ਕਿਵੇਂ ਪ੍ਰਤੀਤ ਕਰੋਗੇ। ਅੱਗੇ ਯਹੂਨਾ 56 ਦੀ 58 ਵਿੱਚ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਜੋ ਅਬਰਾਹਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ। ਅਤੇ ਯਹੂਨਾ 10 ਦੀ 17-18 ਵਿੱਚ ਆਖਿਆ, ਮੈਂ ਆਪਣੀ ਜਾਨ ਦਿੰਦਾ ਹਾਂ, ਜੋ ਫਿਰ ਲਵਾਂ ਕੋਈ ਮੈਥੋਂ ਖੋਹਦਾ ਨਹੀਂ, ਮੈਂ ਆਪੇ ਆਪਣੀ ਜਾਨ ਨੂੰ ਦਿੰਦਾ ਹਾਂ। ਮੇਰਾ ਅਖਤਿਆਰ ਹੈ ਜੋ ਉਹਨੂੰ ਦੇਵਾਂ ਅਤੇ ਮੇਰਾ ਅਖਤਿਆਰ ਹੈ ਜੋ ਉਹਨੂੰ ਫਿਰ ਲਵਾਂ। ਇਹ ਹੁਕਮ ਮੈਂ ਆਪਣੇ ਪਿਤਾ ਕੋਲੋਂ ਪਾਇਆ ਹੈ। ਅਤੇ ਫਿਰ 10 ਦੀ 30 ਵਿੱਚ ਆਖਦੇ ਹਨ, ਮੈਂ ਅਤੇ ਪਿਤਾ ਇੱਕ ਹਾਂ, ਮੀਨ ਇੱਕ ਪਰਮੇਸ਼ਰ ਹਾਂ। ਯਾਦ ਰੱਖਾਂ ਜੀ ਮਿਹਰਬਾਨੀ ਕਰਕੇ, 3 ਪਰਮੇਸ਼ਰ ਨਹੀਂ। ਇੱਥੇ ਮੂਸਾ ਜਿਹੜਾ ਹੈ ਉਹ ਬਿਆਨ ਕਰਦਾ ਹੈ। ਹੁਣ ਅਸੀਂ ਮੂਸਾ ਵੱਲ ਚੱਲਦੇ ਹਾਂ। ਮੂਸਾ ਨਬੀ ਜਿਹੜਾ ਹੈ ਉਹ ਪ੍ਰਭੂ ਯਿਸੂ ਮਸੀਹ ਜੀ ਦੇ ਬਾਰੇ ਕੀ ਲਿਖਦਾ ਹੈ। ਮੂਸਾ ਨੇ ਵਿਵਸਥਾ ਸਾਹ 4:35-39 ਵਿੱਚ ਲਿਖਿਆ ਹੈ ਕਿ हे ਇਸਰਾਇਲ ਖਾਲਸ ਦਿਲ ਵਾਲੇ ਲੋਗੋ ਸੁਣੋ, ਯਹੋਵਾ ਉਹੀ ਪਰਮੇਸ਼ਰ ਹੈ ਜੋ ਆਮੀਨ ਮਸੀਹ ਪ੍ਰਭੂ। ਜੇ ਤੁਸੀਂ ਪੜ੍ਹਨਾ ਹੈ ਤਾਂ ਤੁਹਾਨੂੰ ਸਾਰਾ ਕੁਝ ਇਸ ਨੂੰ ਅੱਛੇ ਤਰੀਕੇ ਨਾਲ ਖੋਲ ਕੇ ਬਿਆਨ ਕੀਤਾ ਜਾਵੇਗਾ ਜਾਂ ਬਾਈਬਲ ਬਿਆਨ ਕਰਦੀ ਹੈ। ਯਹੋਵਾ ਉਹੀ ਪਰਮੇਸ਼ਰ ਜਿਸ ਦੇ ਬਿਨਾਂ ਹੋਰ ਕੋਈ ਪਰਮੇਸ਼ਰ ਨਹੀਂ ਹੈ। ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਜਦੋਂ ਕਿਉਂਕਿ ਜਦ ਆਖਦੇ ਹਨ, ਜਿਵੇਂ ਉਹ ਜਦੋਂ ਉਤਪਤ 1 ਦੀ 26 ਪੜ੍ਹਦੇ ਹਨ ਤੇ ਉੱਥੇ ਕਿਉਂਕਿ ਪਰਮੇਸ਼ਰ ਨੇ ਮੂਸਾ ਨੂੰ ਆਖਿਆ, ਮੂਸਾ ਲਿਖਦਾ ਹੈ ਕਿ ਪਰਮੇਸ਼ਰ ਨੇ ਆਖਿਆ ਕਿ ਆਓ ਅਸੀਂ ਆਦਮੀ ਨੂੰ ਜਾਂ ਆਦਮ ਨੂੰ ਆਪਣੇ ਸੂਰਤ ਉੱਤੇ ਆਪਣੇ ਵਰਗਾ ਜਾਂ ਆਪਣੇ ਸੂਰਤ ਉੱਤੇ ਆਪਣੇ ਵਰਗਾ ਇਮਜ ਉੱਤੇ ਆਪਣੇ ਜਿਹਨੂੰ ਆਪਾਂ ਸੂਰਤ ਕਹਿੰਦੇ ਇਮਜ ਉੱਤੇ ਆਪਣੇ ਵਰਗਾ ਬਣਾਈਏ। ਸੋ ਇਸ ਲਈ ਉਹ ਆਖਦੇ ਹਨ ਕਿ ਇਨਸਾਨ ਨੂੰ ਬਣਾਉਣ ਵਾਲਾ ਇੱਕ ਨਹੀਂ, ਬਹੁਤ ਸਾਰੇ ਪਰਮੇਸ਼ਰ ਹਨ। ਇੱਕ ਕੌਣ ਹੈ? ਇੱਕ ਪਰਮੇਸ਼ਰ ਪਿਤਾ ਹੈ, ਇੱਕ ਪਰਮੇਸ਼ਰ ਪੁੱਤਰ ਹੈ ਅਤੇ ਇੱਕ ਪਰਮੇਸ਼ਰ ਪਵਿੱਤਰ ਆਤਮਾ। ਉਹਨਾਂ ਤਿੰਨਾਂ ਨੇ ਰਲ ਕੇ ਬਣਾਇਆ। ਇਹ ਇਨਸਾਨ ਦੀ ਆਪਣੀ ਕਾਢ ਹੈ, ਇਹ ਆਪਣਾ ਗਿਆਨ ਹੈ। ਪਰ ਪ੍ਰਭੂ ਯਿਸੂ ਜੀ ਦੇ ਬਚਨਾਂ ਵਿੱਚ ਲਿਖਿਆ ਹੈ। ਕੌਣ ਲਿਖਦਾ ਹੈ? ਪਤਰਸ ਲਿਖਦਾ ਹੈ। ਪਤਰ ਲਿਖਦਾ ਇਸੇ ਮੁਕਤੀ ਦੇ ਵਿਖੇ ਜੋ ਤੁਹਾਡੇ ਉੱਤੇ ਹੋਣ ਦਇਆ, ਜਿਹੜੇ ਮੁਕਤੀ ਦੀ ਕਿਰਪਾ ਦਇਆ ਹੋਣ ਵਾਲੀ ਸੀ, ਇਸੇ ਮੁਕਤੀ ਦੀ ਕਿਰਪਾ ਦਇਆ ਹੋਣ ਵਾਲਾ ਸੀ। ਉਹਨਾਂ ਨਬੀਆਂ ਵਿੱਚ ਮਸੀਹ ਦਾ ਆਤਮਾ ਸੀ ਜਿਨ੍ਹਾਂ ਨੇ ਇਸ ਮੁਕਤੀ ਦੇ ਬਾਰੇ ਕੀ ਕੀਤਾ ਹੈ? ਅਗੰਬਾ ਕੀਤਾ। ਕਿਉਂਕਿ
ਮਸੀਹ ਜਾਂ ਪਵਿੱਤਰ ਆਤਮਾ ਜਿਹੜਾ ਹੈ ਉਹ ਇਸ ਗੱਲ ਦੀ ਜਿਹੜੀ ਹੈ ਸਾਖੀ ਮਸੀਹ ਦੇ ਦੁੱਖਾਂ ਅਤੇ ਉਸ ਦੇ ਪਿੱਛੋਂ ਦੀ ਉਹਦੀ ਮਹਿਮਾ ਦੇ ਵਿਖੇ ਅੱਗੋਂ ਸਾਖੀ ਦਿੰਦਾ ਸੀ। ਕਿਹਦਾ ਆਤਮਾ ਸੀ? ਮਸੀਹ ਦਾ ਆਤਮਾ ਸੀ। ਸੋ ਜਿਹੜਾ ਹੈ ਪਤਰਸ ਵਿੱਚ ਮੂਸਾ ਵਿੱਚ ਕਿਹਦਾ ਆਤਮਾ ਸੀ? ਪ੍ਰਭੂ ਮਸੀਹ ਦਾ ਸੀ, ਨਾ ਕਿ ਯਿਸੂ ਜੀ ਉਦੋਂ ਨਹੀਂ ਸਨ। ਯਿਸੂ ਜੀ ਤਾਂ ਬਾਅਦ ਵਿੱਚ ਜਦੋਂ ਪਰਮੇਸ਼ਰ ਯਹੋਵਾ ਜੀ ਨੇ, ਪਿਤਾ ਜੀ ਨੇ ਆਪਣੇ ਆਪ ਨੂੰ ਪੁੱਤਰ ਦੇ ਜਿਹੜਾ ਹੈ ਸਰੀਰ ਵਿੱਚ, ਪਵਿੱਤਰ ਪੁਰਖ ਦੇ ਸਰੀਰ ਵਿੱਚ ਅਤੇ ਯਿਸੂ ਨਾਮ ਵਿੱਚ ਪ੍ਰਗਟ ਕੀਤਾ, ਸਰੀਰ ਵਿੱਚ ਪ੍ਰਗਟ ਕੀਤਾ, ਤਾਂ ਉਸ ਵਕਤ ਜਦੋਂ ਉਸ ਸਰੀਰ ਵਿੱਚ ਦੇਹਧਾਰੀ ਹੋਏ ਤਾਂ ਉਸ ਦਾ ਨਾਮ ਯਿਸੂ ਰੱਖਿਆ ਗਿਆ। ਪਹਿਲੋਂ ਯਿਸੂ ਨਾਮ ਨਹੀਂ ਸੀ, ਪਹਿਲੋਂ ਯਹੋਵਾ ਪਰਮੇਸ਼ਰ ਸੀ। ਤੇ ਉਸ ਦੇਖੋ ਜੀ ਹੁਣ ਕੀ ਲਿਖਦਾ ਹੈ ਵਿਵਸਥਾ 4:35-39 ਵਿੱਚ, ਹੇ ਇਸਰਾਏਲ ਸੁਣੋ, ਯਹੋਵਾ ਉਹੀ ਪਰਮੇਸ਼ਰ ਜਿਸ ਤੋਂ ਬਿਨਾਂ ਹੋਰ ਕੋਈ ਪਰਮੇਸ਼ਰ ਨਹੀਂ। ਹੁਣ ਇੱਥੋਂ ਇੱਕ ਪਰਮੇਸ਼ਰ ਦੀ ਗੱਲ ਕਰ ਰਿਹਾ ਕਿ ਹੋਰ ਤਾਂ ਕੋਈ ਹੈ ਹੀ ਨਹੀਂ, ਯਹੋਵਾ ਹੀ ਆ ਇਕੱਲਾ। ਅੱਗੇ ਫਿਰ ਆਖਦਾ ਹੈ, ਯਹੋਵਾ ਨੇ ਤੁਹਾਡੇ ਪਿਓ ਦਾਦਿਆਂ ਨਾਲ ਪ੍ਰੇਮ, ਅੱਗੇ ਉਹ ਦੱਸਦਾ ਕਿ ਯਹੋਵਾ ਨੇ, ਅੱਗੇ ਬਿਆਨ ਵੀ ਕਰਦਾ ਯਹੋਵਾ ਕੌਣ ਆ। ਯਹੋਵਾ ਨੇ ਤੁਹਾਡੇ ਪਿਓ ਦਾਦਿਆਂ ਨਾਲ ਪ੍ਰੇਮ ਰੱਖਿਆ, ਪਿਆਰ ਰੱਖਿਆ ਅਤੇ ਉਹ ਸਹੁੰ ਦੀ ਪਾਲਣਾ ਕੀਤੀ ਜਿਹੜੀ ਉਸਨੇ ਉਤਪਤ 15:13-21 ਵਿੱਚ ਖਾਧੀ ਸੀ। ਉਹਨਾਂ ਦੇ ਪਿੱਛੋਂ ਉਹਨਾਂ ਦੀ ਅੰਸ਼ ਨੂੰ ਚੁਣਿਆ ਤੇ ਮਿਸਰ ਤੋਂ ਆਪਣੀ ਵੱਡੀ ਸ਼ਕਤੀ ਨਾਲ ਕੱਢ ਲਿਆਇਆ, ਤਾਂ ਜੋ ਤੁਹਾਡੋਂ ਤੋਂ ਅੱਗੋਂ ਉਹਨਾਂ ਵੱਡੀਆਂ ਤੇ ਬਲਵੰਤ ਕੌਮਾਂ ਨੂੰ ਕੱਢੇ, ਭਈ ਤੁਹਾਨੂੰ ਅੰਦਰ ਲਿਆਵੇ ਅਤੇ ਉਹਨਾਂ ਦੀ ਧਰਤੀ ਮਿਲਕ ਵਿੱਚ ਤੁਹਾਨੂੰ ਦੇਵੇ। ਅੱਗੇ ਉਹ ਵਾਰਨ ਕਰਦੇ, ਖਬਰਦਾਰ ਕਰਦੇ ਹਨ। ਖਬਰਦਾਰ ਕੀ ਕਰਦੇ ਨੇ? ਕਹਿੰਦੇ ਹਨ, ਇਸ ਦਿਨ ਨੂੰ ਜਾਣੋ ਅਤੇ ਆਪਣੇ ਹਿਰਦਿਆਂ ਵਿੱਚ ਰੱਖੋ, ਭਈ ਯਹੋਵਾ ਹੀ ਉੱਤੇ ਆਕਾਸ਼ ਵਿੱਚ, ਉਹੀ ਯਹੋਵਾ ਹੈ ਧਰਤੀ ਉੱਤੇ ਪਰਮੇਸ਼ਰ ਹੈ, ਹੋਰ ਕੋਈ ਹੈ ਹੀ ਨਹੀਂ। ਵਾਰ-ਵਾਰ ਇੱਕੋ ਹੀ ਪਰਮੇਸ਼ਰ ਦੀ ਗੱਲ ਕਰਦੇ ਹਨ, ਯਹੋਵਾ ਦੀ ਗੱਲ ਕਰਦੇ ਹਨ ਕਿ ਯਹੋਵਾ ਤੋਂ ਬਿਨਾਂ ਹੋਰ ਕੋਈ ਪਰਮੇਸ਼ਰ ਹੈ ਹੀ ਨਹੀਂ। ਫਿਰ ਜੇ ਅਸੀਂ ਵਿਵਸਥਾ 6:4-12 ਪੜ੍ਹੀਏ, ਉੱਥੇ ਫਿਰ ਮੂਸਾ ਨਬੀ ਲਿਖਦਾ ਹੈ, ਬਿਆਨ ਕਰਦਾ ਹੈ ਕਿ ਯਹੋਵਾ ਸਾਡਾ ਪਰਮੇਸ਼ਰ ਇੱਕੋ ਹੀ ਯਹੋਵਾ ਹੈ, 2-4 ਯਹੋਵਾ ਨਹੀਂ, ਇੱਕੋ ਹੀ ਸਾਡਾ ਪਰਮੇਸ਼ਰ, ਇੱਕੋ ਹੀ ਯਹੋਵਾ ਹੈ। ਤੁਸੀਂ ਯਹੋਵਾ ਆਪਣੇ ਪਰਮੇਸ਼ਰ ਨੂੰ, ਯਹੋਵਾ ਪਰਮੇਸ਼ਰ ਨੂੰ ਕੀ ਕਰੋ? ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜੋਰ ਨਾਲ ਪਿਆਰ ਕਰੋ। ਤੁਸੀਂ ਚੌਕਸ ਰਹੋ ਮਤੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਨੂੰ ਭੁੱਲ ਜਾਓ। ਯਹੋਵਾ ਹੀ ਪਰਮੇਸ਼ਰ ਹੈ, ਉਹ ਤਾਂ ਜੋ ਤੁਸੀਂ ਕੀ ਚੌਕਸ ਰਹੋ, ਖਬਰਦਾਰ ਹੋਵੋ ਮਤੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਨੂੰ ਭੁੱਲ ਜਾਓ, ਜਿਹੜਾ ਤੁਹਾਨੂੰ ਮਿਸਰ ਦੀ ਗੁਲਾਮੀ ਵਿੱਚੋਂ ਕੱਢ ਲਿਆਇਆ ਹੈ। ਹੁਣ ਯਹੋਵਾ ਕੌਣ ਹੈ? ਜਿਹੜਾ ਸਾਨੂੰ ਮਿਸਰ ਦੀ ਗੁਲਾਮੀ ਵਿੱਚੋਂ ਕੱਢ ਕੇ ਲੈ ਆਇਆ ਹੈ। ਕੌਣ ਹੈ ਯਹੋਵਾ? ਯਹੋਵਾ ਕੌਣ ਹੈ? ਜੇ ਅਸੀਂ ਪੜ੍ਹੀਏ ਆਪਣੇ ਨਵੇਂ ਅਧਨਾਵੇਂ ਵਿੱਚ, ਪਹਿਲਾ ਕੁਰਾਂਥੀਆਂ 10:1-11, ਅਤੇ ਜੇ ਅਸੀਂ ਯਹੂਦਾ ਦੀ ਪੱਤਰੀ ਦੇ 1 ਚੈਪਟਰ ਤੋਂ ਜੇ ਅਸੀਂ 3 ਤੋਂ 4 ਵਿੱਚ 5 ਤੱਕ ਪੜ੍ਹੀਏ ਤਾਂ ਉੱਥੇ ਲਿਖਿਆ ਕਿ ਪ੍ਰਭੂ ਮਸੀਹ ਜਿਹੜਾ ਆ ਕੱਢ ਕੇ ਲਿਆਇਆ। ਕੌਣ ਕੱਢ ਕੇ ਲਿਆਇਆ? ਪ੍ਰਭੂ ਮਸੀਹ ਉਹਨਾਂ ਨੂੰ ਕੀ ਆ? ਮਿਸਰ ਦੀ ਗੁਲਾਮੀ ਚੋਂ ਕੱਢ ਕੇ ਲਿਆਇਆ। ਤੇ ਮਿਸਰ ਦੀ ਗੁਲਾਮੀ ਵਿੱਚੋਂ ਨਿਕਲਣ ਦੇ ਸਮੇਂ ਸਾਡੇ ਵੱਡਿਆਂ ਨੇ ਸਾਰਿਆਂ ਨੇ ਇੱਕੋ ਹੀ ਆਤਮਿਕ ਭੋਜਨ ਖਾਧਾ ਅਤੇ ਇੱਕੋ ਹੀ ਆਤਮਿਕ ਜਲ ਪੀਤਾ। ਉਹਨਾਂ ਨੇ ਉਸ ਆਤਮਿਕ ਪੱਥਰ ਤੋਂ ਪੀਤਾ। ਉਹ ਮਸੀਹ ਸੀ ਜਿਹੜਾ ਉਹਨਾਂ ਦੇ ਨਾਲ ਚੱਲਦਾ ਸੀ। ਬਿਆਨ ਕਰਦੇ ਹੈ ਕਿ ਯਹੋਵਾ ਪਰਮੇਸ਼ਰ ਕੌਣ ਹੈ? ਮਸੀਹ ਸੀ। ਲਿਖਿਆ ਵੀ ਹੈ, ਜੇ ਅਸੀਂ ਡੈਨੀਅਲ ਪੜ੍ਹੀਏ, ਡੈਨੀਅਲ ਦੀ 9:24-26 ਤੱਕ ਪੜ੍ਹੀਏ, ਉੱਥੇ ਲਿਖਿਆ ਹੈ ਕਿ ਮਸੀਹ ਵੱਢਿਆ ਜਾਵੇਗਾ ਜਾਂ ਮਸੀਹ ਮਾਰਿਆ ਜਾਵੇਗਾ। ਕ੍ਰਾਈਸਟ ਮਸੀਹ ਮਾਰਿਆ ਜਾਵੇਗਾ। ਠੀਕ ਹੈ ਜੀ।
ਸੋ ਮਸੀਹ ਸ਼ੁਰੂ ਤੋਂ ਹੀ ਹੈ, ਪਰ ਯਸੂ ਨਾਮ ਵਿੱਚ ਸ਼ੁਰੂ ਤੋਂ ਨਹੀਂ, ਯਸੂ ਨਾਮ ਵਿੱਚ ਦੇਹਧਾਰੀ ਹੋਏ ਹਨ। ਕਿਉਂਕਿ ਜੇ ਅਸੀਂ ਲੂਕਾ ਚੈਪਟਰ ਪੜ੍ਹੀਏ, ਲੂਕਾ ਦੀ 8ਵੇਂ 2 ਦੀ 8 ਤੋਂ ਖਾਸ ਕਰ ਪੜ੍ਹੀਏ ਤਾਂ ਲਿਖਿਆ ਕਿ 21 ਤੱਕ ਪੜ੍ਹੀਏ ਤਾਂ ਲਿਖਿਆ ਹੈ ਕਿ ਦੂਤ ਜਿਹੜੇ ਰਾਤ ਦੇ ਸਮੇਂ ਜਿਹੜੇ ਚਰਵਾਹੇ ਸੀ ਉਹਨਾਂ ਕੋਲ ਆਏ, ਅਤੇ ਜਦੋਂ ਦੂਤ ਆਇਆ ਤਾਂ ਉਹਨਾਂ ਦਾ ਜਿਹੜਾ ਹੈ ਦੂਤ ਦਾ ਜਿਹੜਾ ਰੋਸ਼ਨੀ ਉਹਨਾਂ ਉੱਤੇ ਪਈ, ਉਹ ਜਾਗ ਉੱਠੇ, ਘਬਰਾਏ। ਤਾਂ ਦੂਤ ਨੇ ਉਹਨਾਂ ਨੂੰ ਕੀ ਕਿਹਾ ਕਿ ਮੈਂ ਤੁਹਾਨੂੰ ਅੱਜ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹੈ, ਜਿਹੜੀ ਸਾਰੀ ਦੁਨੀਆ ਲਈ, ਸਾਰੀ ਪ੍ਰਜਾ ਲਈ ਹੋਏਗੀ, ਕਿ ਵੇਖੋ ਅੱਜ ਤੁਹਾਡੇ ਲਈ ਦਾਊਦ ਦੇ ਸ਼ਹਿਰ ਬੈਤਲਹਮ ਵਿੱਚ ਇੱਕ ਮੁਕਤੀ ਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੂ ਹੈ। ਕੌਣ ਪੈਦਾ ਹੋਇਆ ਜੀ? ਮਸੀਹ ਪ੍ਰਭੂ ਪੈਦਾ ਹੋਇਆ ਹੈ। ਓਕੇ, ਮਸੀਹ ਪਰਮੇਸ਼ਰ ਅੱਜ, ਮਸੀਹ ਯਹੋਵਾ ਅੱਜ ਤੁਹਾਡੇ ਪੈਦਾ ਹੋਇਆ ਹੈ। ਜਦੋਂ ਉਸ ਬਾਲਕ ਦੇ ਪੈਦਾ ਹੋਏ, ਮਸੀਹ ਪ੍ਰਭੂ ਦੇ ਪੈਦਾ ਹੋਏ ਨੂੰ 8 ਦਿਨ ਹੋਏ, ਤਾਂ ਉਸ ਦਾ ਨਾਮ ਯਸੂ ਰੱਖਿਆ ਗਿਆ। ਇਸ ਲਈ ਮਸੀਹ ਯਹੋਵਾ ਪ੍ਰਭੂ ਦਾ ਨਾਮ ਯਸੂ ਹੈ। ਇਸ ਲਈ ਫਿਰ ਚੱਲਦੇ ਹਾਂ ਮੂਸਾ ਨਬੀ ਦੇ ਬਚਨ ਜਿਹੜੇ ਲਿਖਦਾ, ਉਹ ਮੂਸਾ ਲਿਖਦਾ ਹੈ। ਜੇ ਅਸੀਂ 32 ਦੀ 3 ਤੋਂ 6 ਪੜ੍ਹੀਏ ਤਾਂ ਮੂਸਾ ਇਸ ਪ੍ਰਕਾਰ ਲਿਖਦਾ ਹੈ। ਮੂਸਾ ਲਿਖਦਾ ਹੈ, ਜਿਵੇਂ ਉਹਨੇ ਪਹਿਲਾਂ ਆਖਿਆ ਕਿ ਇਸ ਦਿਨ ਨੂੰ ਜਾਣੋ ਅਤੇ ਆਪਣੇ ਹਿਰਦਿਆਂ ਵਿੱਚ ਰੱਖੋ ਵੀ ਯਹੋਵਾ ਹੀ ਉੱਤੇ ਆਕਾਸ਼ ਵਿੱਚ ਅਤੇ ਹੇਠਾਂ ਧਰਤੀ ਉੱਤੇ ਪਰਮੇਸ਼ਰ ਆ, ਹੋਰ ਕੋਈ ਹੈ ਹੀ ਨਹੀਂ। ਯਹੋਵਾ ਸਾਡਾ ਪਰਮੇਸ਼ਰ ਇੱਕੋ ਹੀ ਹੈ। ਤੁਸੀਂ ਜੋ ਹੈ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜੋਰ ਨਾਲ ਪਿਆਰ ਕਰੋ। ਠੀਕ ਹੈ ਜੀ, ਅਤੇ ਚੌਕਸ ਰਹੋ, ਮਤੇ ਤੁਸੀਂ ਯਹੋਵਾ ਮਸੀਹ ਪ੍ਰਭੂ ਨੂੰ ਭੁੱਲ ਜਾਓ। ਜਿਹੜਾ ਕਿ ਇਹ ਤੁਹਾਨੂੰ ਮਿਸਰ ਦੀ ਗੁਲਾਮੀ ਵਿੱਚੋਂ ਕੱਢ ਲਿਆ ਹੈ। ਹੁਣ ਆਖਦਾ ਯਹੋਵਾ 30ਵੇਂ ਚੈਪਟਰ ਵਿੱਚ 32 ਦੀ 3 ਤੋਂ 6 ਵਿੱਚ ਆਖਦਾ ਹੈ ਮੂਸਾ, ਮੈਂ ਤਾਂ ਯਹੋਵਾ ਦੇ ਨਾਮ ਦਾ ਪ੍ਰਚਾਰ, ਮੈਂ ਤਾਂ ਕੀ ਹੈ? ਯਹੋਵਾ ਦੇ ਨਾਮ ਦਾ ਪ੍ਰਚਾਰ ਕਰਾਂਗਾ। ਯਹੋਵਾ ਚਟਾਨ ਹੈ। ਯਹੋਵਾ ਕੌਣ ਹੈ? ਮਸੀਹ ਯਹੋਵਾ ਪ੍ਰਭੂ ਕੌਣ ਹੈ? ਚਟਾਨ ਹੈ। ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਉਂਦੇ ਹਨ। ਉਸ ਵਿੱਚ ਬੁਰਾਈ ਹੈ ਨਹੀਂ। ਉਹ ਧਰਮੀ ਅਤੇ ਸੱਚਿਆਰ ਹੈ। ਪਰ ਅੱਗੇ ਲਿਖਿਆ ਉਹ ਵਿਗੜ ਗਏ। ਕੌਣ? ਇਸਰਾਏਲੀਆਂ ਵਿੱਚੋਂ ਕਈ ਵਿਗੜ ਗਏ। ਤੁਹਾਨੂੰ ਪਤਾ ਲਿਖਿਆ ਨਾ ਕਿ ਕਿੱਦਾਂ ਉਹਨਾਂ ਨੂੰ ਰਾਹ ਵਿੱਚ ਮਾਰਿਆ, ਫਿਰ ਕਿਵੇਂ ਉਹਨਾਂ ਦੀ ਹਾਲਾਤ ਹੋਈ। ਉਹ ਵਿਗੜ ਗਏ। ਉਹ ਯਹੋਵਾ ਦੇ ਜਾਂ ਪਰਮੇਸ਼ਰ ਦੇ ਮਸੀਹ ਦੇ ਪੁੱਤਰ ਨਹੀਂ, ਸਗੋਂ ਕਲੰਕੀ ਹਨ। ਇੱਕ ਪੀੜ੍ਹੀ ਟੇਢੀ ਅਤੇ ਘੁੱਟੀ ਹੋਈ ਹੈ। ਹੁਣ ਅੱਗੇ ਉਹਨਾਂ ਨੂੰ ਆਖਦੇ ਹਨ ਕਿ ਤੁਸੀਂ ਯਹੋਵਾ ਨੂੰ ਇਉਂ ਬੱਲਾ ਦਿੰਦੇ ਹੋ, ਹੇ ਮੂੜ ਅਤੇ ਮਤਹੀਨ ਪ੍ਰਜਾ, ਕਿ ਯਹੋਵਾ ਤੁਹਾਡਾ ਪਿਤਾ ਨਹੀਂ, ਜਿਸ ਨੇ ਤੁਹਾਨੂੰ ਮੁੱਲ ਲਿਆ, ਤੁਹਾਨੂੰ ਬਣਾਇਆ ਅਤੇ ਕਾਇਮ ਕੀਤਾ। ਹੁਣ ਇੱਥੇ ਮੂਸਾ ਖੋਲ੍ਹ ਕੇ ਬਿਆਨ ਕਰਦਾ ਹੈ ਕਿ ਯਹੋਵਾ ਇੱਕ ਹੀ ਹੈ। ਯਹੋਵਾ ਹੀ ਸਾਡਾ ਪਰਮੇਸ਼ਰ ਹੈ, ਅਤੇ ਯਹੋਵਾ ਜਿਹੜਾ ਇੱਕ ਹੈ ਉਹ ਹੀ ਸਾਡਾ ਉਹਦੇ ਤੋਂ ਬਿਨਾਂ ਨਾ ਕੋਈ ਅਸਮਾਨ 'ਤੇ ਹੋਰ ਕੋਈ ਹੈ, ਨਾ ਜ਼ਮੀਨ 'ਤੇ ਕੋਈ ਹੋਰ ਹੈ, ਬਲਕਿ ਯਹੋਵਾ ਹੀ ਉੱਤੇ ਅਸਮਾਨ ਵਿੱਚ ਅਤੇ ਹੇਠਾਂ ਧਰਤੀ ਉੱਤੇ ਪਰਮੇਸ਼ਰ ਹੈ, ਜਿਹੜਾ ਸਾਨੂੰ ਮਿਸਰ ਦੀ ਗੁਲਾਮੀ ਵਿੱਚੋਂ ਕੱਢ ਲਿਆ, ਜਿਸ ਨੇ ਆਪਣੇ ਖੂਨ ਨਾਲ ਸਾਨੂੰ ਮੁੱਲ ਲਿਆ, ਜਿਸ ਨੇ ਸਾਨੂੰ ਬਣਾਇਆ ਅਤੇ ਸਾਨੂੰ ਕਾਇਮ ਕੀਤਾ। ਸੋ ਯਹੋਵਾ ਪ੍ਰਭੂ ਹੀ ਜਿਹੜਾ ਹੈ, ਯਿਸੂ ਮਸੀਹ ਹੀ ਸਭ ਕੁਛ ਹੈ। ਉਹੀ ਪਿਤਾ ਹੈ। ਉਸ ਨੇ ਹੀ ਸਾਨੂੰ ਆਪਣੇ ਖੂਨ ਨਾਲ ਮੁੱਲ ਲਿਆ, ਨਾ ਕਿ ਬਹੁਤ ਸਾਰੇ ਲੋਕ ਜਦੋਂ ਉਤਪਤ 1 ਦੀ 26 ਨੂੰ ਪੜ੍ਹਦੇ ਹਨ, ਸੁਣਦੇ ਹਨ, ਤਾਂ ਆਖਦੇ ਹਨ ਕਿ ਯਹੋਵਾ ਨੇ ਆਖਿਆ ਆਓ ਅਸੀਂ ਮਨੁੱਖ ਨੂੰ ਜਾਂ ਆਦਮ ਨੂੰ ਆਪਣੇ ਸਰੂਪ ਤੇ ਆਗਾ ਬਣਾਈਏ। ਅਤੇ ਅੱਗੇ 2 ਦੀ 7 ਵਿੱਚ ਲਿਖਿਆ ਹੈ ਉਤਪਤੀ 'ਚ ਕਿ ਯਹੋਵਾ ਪਰਮੇਸ਼ਰ ਨੇ ਮਿੱਟੀ, ਜ਼ਮੀਨ ਦੀ ਮਿੱਟੀ ਜਿਹੜੀ ਹੈ
ਲਈ ਅਤੇ ਉਸ ਤੋਂ ਆਦਮ ਨੂੰ ਰਚਿਆ ਅਤੇ ਉਸ ਵਿੱਚ ਆਪਣਾ ਆਤਮਾ ਪਾਇਆ ਤਾਂ ਜਿਹੜਾ ਹੈ ਆਦਮ ਹੈ ਜਿੰਦੀ ਜਾਨ ਹੋ ਗਿਆ। ਸੋ ਸਾਨੂੰ ਬਣਾਉਣ ਵਾਲਾ ਪਿਤਾ ਪ੍ਰਭੂ ਯਿਸੂ ਮਸੀਹ ਹੈ, ਸਾਨੂੰ ਮੁੱਲ ਖਰੀਦਣ ਵਾਲਾ ਪ੍ਰਭੂ ਯਿਸੂ ਮਸੀਹ ਹੈ। ਇਸ ਲਈ ਸਾਡਾ ਬਣਾਉਣ ਵਾਲਾ ਪਿਤਾ, ਸਾਨੂੰ ਮੁੱਲ ਖਰੀਦਣ ਵਾਲਾ ਇੱਕੋ ਹੀ ਹੈ, ਸਾਨੂੰ ਮੁਕਤੀ ਦੇਣ ਵਾਲਾ ਇੱਕੋ ਹੀ ਯਹੋਵਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਹੈ। ਸੋ ਇਸ ਲਈ ਉਹ ਜਿਹੜਾ ਹੈ ਇਸ ਲਈ ਯਾਦ ਰੱਖੋ। ਅੱਗੇ ਆਪਾਂ ਚੱਲਦੇ ਹਾਂ। ਇੱਥੇ ਤੱਕ ਸਾਨੂੰ ਪਤਾ ਲੱਗ ਗਿਆ ਕਿ ਮੂਸਾ ਯਹੋਵਾ ਪ੍ਰਭੂ ਯਿਸੂ ਮਸੀਹ ਦੇ ਬਾਰੇ ਕੀ ਲਿਖਦਾ, ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ ਜਿਹੜਾ ਹੈ ਵਾਰ-ਵਾਰ ਉਹ ਆਖ ਰਹੇ ਹਨ ਕਿ ਜੋ ਕੋਈ ਨਬੀਆਂ ਰਾਹੀਂ ਮੇਰੇ ਹੱਕ ਵਿੱਚ ਲਿਖਿਆ ਪੂਰਾ ਕੀਤਾ ਜਾਊਗਾ। ਨਬੀਆਂ ਨੇ ਮੇਰੇ ਹੀ ਬਾਰੇ ਵਿੱਚ ਲਿਖਿਆ ਹੈ। ਇੱਥੋਂ ਤੱਕ ਉਹਨਾਂ ਲਿਖਿਆ, ਜੇ ਤੁਸੀਂ ਮੂਸਾ ਦੀ ਪ੍ਰਤੀਤ ਕਰਦੇ ਤਾਂ ਮੇਰੀ ਵੀ ਪ੍ਰਤੀਤ ਕਰਦੇ, ਕਿਉਂਕਿ ਮੂਸਾ ਨੇ ਮੇਰੇ ਹੀ ਹੱਕ ਵਿੱਚ ਲਿਖਿਆ ਹੈ। ਹੁਣ ਅੱਗੇ ਚੱਲਦੇ ਹਾਂ ਜੀ। ਪ੍ਰਭੂ ਯਿਸੂ ਜੀ ਜਾਨ ਦੇਣ ਦੀ ਗੱਲ ਕਰਦੇ ਹਨ। ਪ੍ਰਭੂ ਯਿਸੂ ਜੀ ਮੱਤੀ 5:17-18 ਵਿੱਚ ਆਖਦੇ ਹਨ ਆਪਣੇ ਚੇਲਿਆਂ ਤੇ, ਇਹ ਨਾ ਸਮਝੋ ਕਿ ਮੈਂ ਤੁਰੇ ਜਾਂ ਨਬੀਆਂ ਨੂੰ ਖੰਡਣ ਆਇਆ ਹਾਂ। ਮੈਂ ਖੰਡਣ ਨਹੀਂ ਸਗੋਂ ਪੂਰਿਆਂ ਕਰਨ ਨੂੰ ਹਾਂ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿੰਨਾ ਚਿਰ ਆਕਾਸ਼ ਅਤੇ ਧਰਤੀ ਨਾ ਟਲ ਜਾਣ, ਇੱਕ ਬਿੰਦੀ ਵੀ ਤੁਰੇ ਦੀ ਨਾ ਟਲੇਗੀ ਜਦ ਤੱਕ ਪੂਰੇ ਨਾ ਹੋਵੇ। ਸੋ ਇੱਥੋਂ ਤੱਕ ਅਸੀਂ ਜਾਣ ਲਿਆ ਹੈ ਕਿ ਪ੍ਰਭੂ ਯਿਸੂ ਜੀ ਆਪਣੇ ਕਹੇ ਹੋਏ ਬਚਨ ਜਿਹੜੇ ਪਵਿੱਤਰ ਬਾਈਬਲ ਵਿੱਚ ਉਸਨੇ ਮੂਸਾ ਤੋਂ ਲਾ ਕੇ ਆਖਰ ਯਹੂਨਾ ਦੇ ਨਬੀਆਂ ਦੇ ਵਿੱਚ ਵਸ ਕੇ ਲਿਖਿਆ ਹੈ। ਜਿਵੇਂ ਅਸੀਂ ਪੜ੍ਹਿਆ ਹੈ ਪਹਿਲਾ ਪਤਰਸ ਉਹਦੀ ਪਹਿਲੇ ਚੈਪਟਰ ਦੀ 10 ਆਇਤ ਤੋਂ ਲਾ ਕੇ 12 'ਚ ਲਿਖਿਆ ਹੈ ਕਿ ਉਹਨਾਂ ਨਬੀਆਂ ਵਿੱਚ ਜਿਨ੍ਹਾਂ ਨੇ ਇਸ ਮੁਕਤੀ ਦੇ ਬਾਰੇ ਅਗੰਭਾ ਕੀਤਾ, ਉਹਨਾਂ ਵਿੱਚ ਪਰਮੇਸ਼ਰ ਦਾ ਮਸੀਹ ਦਾ ਆਤਮਾ ਸੀ, ਜਿਹੜਾ ਅੱਗੋਂ ਹੀ ਮਸੀਹ ਦੇ ਦੁੱਖਾਂ ਅਤੇ ਉਹਦੇ ਦੁੱਖਾਂ ਦੇ ਮਗਰੋਂ ਮਸੀਹ ਦੀ ਮਹਿਮਾ ਦੇ ਬਾਰੇ ਸਾਖੀ ਦਿੰਦਾ ਸੀ। ਸੋ ਯਾਦ ਰੱਖੋ, ਮੂਸਾ ਤੋਂ ਲਾ ਕੇ ਉਤਪਤ ਤੋਂ ਲਾ ਕੇ ਪ੍ਰਕਾਸ਼ ਦੀ ਪੋਥੀ ਤੱਕ ਸਾਰਾ ਇਹਦਾ ਸਾਰਾ ਵਚਨ ਪ੍ਰਭੂ ਯਿਸੂ ਮਸੀਹ ਦੇ ਹੱਕ ਵਿੱਚ ਲਿਖਿਆ ਹੋਇਆ ਹੈ। ਜਿਵੇਂ ਆਪਾਂ ਪਹਿਲਾਂ ਪੜ੍ਹਿਆ ਹੈ, ਹੁਣ ਹੋਰ ਥੋੜ੍ਹਾ ਮੈਂ ਚਾਹੁੰਦਾ ਹੈ ਕਿ ਜਦੋਂ ਅਸੀਂ ਯਹੂਨਾ 12 ਚੈਪਟਰ ਪਹਿਲੀ ਤੋਂ ਸ਼ੁਰੂ ਕਰਦੇ ਹਾਂ ਕਿ ਲਿਖਿਆ ਹੈ ਕਿ 6 ਦਿਨ ਪਹਿਲਾਂ ਆਪਾਂ ਪੜ੍ਹਿਆ ਸੀ ਮੱਤੀ ਜਿਹੜਾ ਹੈਗਾ 26 ਦੀ 1-2 ਅਤੇ ਮਰਕਸ ਦੀ 14-1 ਵਿੱਚ ਲਿਖਿਆ ਹੈ ਕਿ ਪ੍ਰਭੂ ਯਿਸੂ ਜੀ ਸੋਮਵਾਰ ਦੇ ਦਿਨ, ਜਦੋਂ ਪਹਿਲੇ ਐਤਵਾਰ ਨੂੰ ਜਿਹੜਾ ਹੈ ਪਾਮ ਸੰਡੇ, ਉਹ ਜਾਂਦੇ ਹੈ ਹੈਕਲ ਦੇ ਵਿੱਚ ਅਤੇ ਉਹਨਾਂ ਵਪਾਰੀਆਂ ਨੂੰ ਜਿਹੜੇ ਉੱਥੇ ਅੰਦਰ ਵੜ ਕੇ ਜਿਹੜੇ ਹੈ ਹੈਕਲ ਵਿੱਚ ਵਪਾਰ ਦੀ ਮੰਡੀ ਉਹਨੂੰ ਬਣਾਇਆ, ਸਾਨੂੰ ਕੱਢਿਆ ਅਤੇ ਉਹ ਫਿਰ ਉਸ ਤੋਂ ਬਾਅਦ ਬੈਤਨੀਆਂ ਨੂੰ ਚਲੇ ਗਏ ਅਤੇ ਫਿਰ ਦੂਸਰੇ ਦਿਨ ਸੋਮਵਾਰ ਨੂੰ ਆਏ, ਦਰੱਖਤ ਨੂੰ ਫੜ ਲੈਣ ਦੀ ਕੋਸ਼ਿਸ਼ ਕੀਤੀ, ਗਏ ਉਹਦੇ ਕੋਲ, ਪਰ ਉੱਥੇ ਉਸ ਬ੍ਰਿਸ਼ ਦੇ ਉੱਤੇ ਕੋਈ ਫਲ ਨਾ ਲੱਭਾ। ਤਾਂ ਉਸਨੇ ਆਖਿਆ ਕਿ ਤੈਨੂੰ ਕੋਈ ਫਲ ਨਾ ਲੱਗੇਗਾ। ਸੋ ਫਿਰ ਉਹ ਸ਼ਾਮ ਨੂੰ ਜਦੋਂ ਮੁੜੇ ਜਾਂਦੇ ਸਨ ਸੋਮਵਾਰ ਦੇ ਦਿਨ ਨੂੰ, ਤਾਂ ਉਹ ਸਭ ਫਲ ਨਾ ਲੱਗੇਗਾ। ਅਤੇ ਫਿਰ ਜਦੋਂ ਸੋਮਵਾਰ ਨੂੰ ਗਏ ਅਤੇ ਬੈਤਨੀਆਂ ਵਿੱਚ ਕੀ ਹੈ, ਉਹਨਾਂ ਨੇ ਜਿਹੜਾ ਹੈ ਭੋਜਨ ਜਿਹੜਾ ਹੈ ਸਮੌਨ ਕੋੜੀ ਦੇ ਘਰ ਵਿੱਚ ਖਾਧਾ। ਅਤੇ ਉਸ ਵਕਤ ਉਹਨਾਂ ਨੇ ਸੋਮਵਾਰ ਨੂੰ ਸ਼ਾਮ ਵੇਲੇ ਖਾਣ ਵੇਲੇ ਆਖਿਆ ਕਿ ਦੇਖੋ 2 ਦਿਨਾਂ ਬਾਅਦ ਫਸਹ ਦਾ ਤਿਉਹਾਰ ਹੈ ਅਤੇ ਮਨੁੱਖ ਦਾ ਪੁੱਤਰ ਜਿਹੜਾ ਹੈ ਪਰਾਈ ਕੌਮਾਂ ਦੇ ਹੱਥ ਫੜਾਇਆ ਜਾਵੇਗਾ। ਉਸ ਨੂੰ ਦੁੱਖ। ਅਤੇ ਉਸ ਸਮੇਂ ਜੇ ਅਸੀਂ 3 ਵਿੱਚ ਪੜ੍ਹਦੇ ਹਾਂ ਤਾਂ ਉਸ ਵਕਤ ਦੇ ਜਿਹੜਾ ਕਜ਼ਾਫਾ ਪ੍ਰਧਾਨ ਜਾਚਕ ਸੀ, ਉਹਦੇ ਘਰ ਦੇ ਵਿਹੜੇ ਵਿੱਚ ਉਹਨਾਂ ਲੋਕਾਂ ਨੇ, ਕਿਹਨਾਂ ਨੇ, ਪ੍ਰਧਾਨ ਜਾਚਕਾਂ ਅਤੇ ਜਿਹੜੇ ਗ੍ਰੰਥੀਆਂ ਅਤੇ ਬਜ਼ੁਰਗਾਂ ਨੇ ਮਤਾ ਪਕਾਇਆ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਯਿਸੂ ਨੂੰ ਅਸੀਂ ਛਾਲ ਨਾਲ ਫੜ ਕੇ ਮਾਰ ਸੁੱਟੀਏ। ਤਾਂ ਉਸ ਤੋਂ ਬਾਅਦ ਫਿਰ ਅਸੀਂ ਵੇਖਦੇ ਹਾਂ
ਕਿ ਪ੍ਰਭੂ ਯਿਸੂ ਮਸੀਹ ਜੀ ਜਿਹੜੇ ਹੈ ਉਹ ਉਹਨਾਂ ਨੇ ਯਹੂਨਾ 12ਵੇਂ ਚੈਪਟਰ ਦੇ 1 ਤੋਂ ਲਾ ਕੇ ਆਖਿਆ ਹੈ ਕਿ ਉੱਥੇ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਜਿਹੜਾ ਹੈ ਫਸਹ ਦੇ 6 ਦਿਨ ਪਹਿਲੋਂ ਕੀ ਆ ਫਸਹ ਦੇ ਦਿਨ ਦੇ ਆਉਣ ਤੋਂ ਪਹਿਲਾਂ ਜਾਂ ਫਸਹ ਦੇ ਤਿਉਹਾਰ ਤੋਂ 6 ਦਿਨ ਪਹਿਲਾਂ ਕੀ ਆ ਉਹ ਲਾਜ਼ਰ ਜਿਹੜਾ ਮਾਰਥਾ ਅਤੇ ਮਰੀਮ ਦਾ ਭਰਾ ਸੀ ਉਸ ਦੇ ਘਰ ਵਿੱਚ ਖਾਣਾ ਖਾ ਰਹੇ ਸਨ ਅਤੇ ਮਰੀਮ ਇੱਕ ਮਹਿੰਗ ਮੁੱਲਾ ਜਿਹੜਾ ਹੈ ਅਤੇ ਲਿਆਈ ਉਸਦੇ ਪੈਰਾਂ ਨੂੰ ਮਲਿਆ। ਸੋ ਇੱਥੇ 6 ਦਿਨ ਪਹਿਲਾਂ ਦੀ ਗੱਲ ਹੈ। 6 ਦਿਨ ਪਹਿਲਾਂ ਤਿਉਹਾਰ ਕਿਹੜੇ ਦਿਨ ਸੀ? ਫਸਹ ਦਾ ਤਿਉਹਾਰ ਸੀਗਾ ਸ਼ੁੱਕਰਵਾਰ ਨੂੰ ਵੀਰਵਾਰ ਨੂੰ ਵੀਰਵਾਰ ਨੂੰ ਤਿਉਹਾਰ ਜਿੱਦਾਂ ਆਪਾਂ ਪਹਿਲਾਂ ਪੜ੍ਹਿਆ ਹੈ ਕਿ ਉਹ ਤਿਆਰੀ ਦੇ ਜਿਹੜੇ ਹੈ ਸਬਤ ਦੇ ਤਿਆਰੀ ਦੇ ਦਿਨ ਤੋਂ ਇੱਕ ਦਿਨ ਪਹਿਲਾਂ ਪ੍ਰਭੂ ਯਿਸੂ ਨੇ ਖਾਣਾ ਵੀਰਵਾਰ ਨੂੰ ਖਾਧਾ ਹੈ। ਅਤੇ ਇੱਥੇ ਉਹ ਫਿਰ ਆਖਦੇ ਹਨ ਕਿ ਇਸੇ ਤਰ੍ਹਾਂ 6 ਦਿਨ ਪਹਿਲਾਂ ਉਹਨਾਂ ਨੇ ਲਾਜ਼ਰ ਦੇ ਘਰ ਵਿੱਚ ਜਿਹਦੀ ਭੈਣ ਮਰੀਮ ਅਤੇ ਮਾਰਥਾ ਸੀ ਘਰ ਵਿੱਚ ਖਾਣਾ ਖਾ 6 ਦਿਨ ਪਹਿਲਾਂ ਫਸਹ ਵੀਰਵਾਰ ਨੂੰ ਸੀ ਅਤੇ ਉਹਨਾਂ ਨੇ ਜੇ ਇਹ ਖਾਣਾ ਜਿਹੜਾ ਹੈ 6 ਦਿਨ ਪਹਿਲਾਂ ਜਿਹੜਾ ਹੈ ਜੇ ਅਸੀਂ ਕਾਊਂਟ ਕਰੀਏ ਤਾਂ ਸ਼ੁੱਕਰਵਾਰ ਦੇ ਦਿਨ ਫਰਾਈਡੇ ਦਿਨ ਇਹੋ ਲਾਜ਼ਰ ਦੇ ਘਰ ਵੀ ਖਾਣਾ ਖਾਧਾ। ਠੀਕ ਹੈ ਜੀ। ਅਤੇ ਫਿਰ ਉਹ ਜਦੋਂ ਪ੍ਰਭੂ ਯਿਸੂ ਜੀ ਆਖਦੇ ਹਨ ਕਿ 2 ਦਿਨਾਂ ਬਾਅਦ ਜਦੋਂ ਸੋਮਵਾਰ ਦੇ ਦਿਨ ਨੂੰ ਰਾਤ ਨੂੰ ਜਿਹੜਾ ਹੈ ਇੱਕ ਸਮਾਉਨ ਕੋੜੀ ਦੇ ਘਰ ਵਿੱਚ ਖਾਣਾ ਖਾਧਾ ਉਸ ਵਕਤ ਜਿਹੜਾ ਹੈ ਇੱਕ ਔਰਤ ਜਿਹੜੀ ਮਰੀਮ ਮਗਦਲੀਨੀ ਸੀ ਮਹਿੰਗ ਮੁੱਲਾ ਜਿਹੜਾ ਹੈਗਾ ਅਤਰ ਲਿਆਉਂਦੀ ਉਹਦੇ ਪੈਰਾਂ ਨੂੰ ਮਲਦੀ ਹੈ ਤਾਂ ਉਸ ਵਕਤ ਦੀ ਗੱਲ ਹੈ। ਉਹ ਆਖਦੇ ਹਨ ਕਿ 2 ਦਿਨਾਂ ਬਾਅਦ ਸੋਮਵਾਰ ਦੇ ਸ਼ਾਮ ਨੂੰ ਖਾਣਾ ਖਾਣ ਦੇ ਤੋਂ ਆਖਿਆ ਖਾਣਾ ਖਾਣ ਵੇਲੇ ਕਿ 2 ਦਿਨ ਦੇ ਬਾਅਦ ਕਿਸੇ ਮੰਗਲ ਅਤੇ ਬੁੱਧਵਾਰ ਦੇ ਬਾਅਦ ਕੀ ਹੈ ਫਸਹ ਦਾ ਤਿਉਹਾਰ ਹੋਵੇਗਾ ਅਤੇ ਲੋਕ ਉਸ ਨੂੰ ਇਹ ਦੋਨੇ ਇਹ ਜਿਹੜੇ ਹੈ ਮਤੀ 26 ਦੀ 1 ਤੋਂ 2 ਵਿੱਚ ਅਤੇ ਮਰਕਸ ਦੀ 14 ਦੀ 1 ਵਿੱਚ ਲਿਖਿਆ ਹੈ 2 ਦਿਨ ਦੀ ਅਤੇ ਯਹੂਨਾ 12 ਚੈਪਟਰ ਵਿੱਚ ਲਿਖਿਆ ਹੈ ਕਿ 6 ਦਿਨ ਤਿਉਹਾਰ ਦੇ ਦਿਨ ਤੋਂ ਪਹਿਲਾਂ ਫਸਹ ਦੇ ਤਿਉਹਾਰ ਤੋਂ 6 ਦਿਨ ਪਹਿਲਾਂ ਲਾਜ਼ਰ ਦੇ ਘਰ ਵਿੱਚ ਖਾਣਾ ਖਾਧਾ। ਉਹ ਇਸ ਨੂੰ ਜਿਹੜਾ ਹੈ ਹੋਲੀ ਵੀਕ ਆਖਿਆ ਜਾਂਦਾ ਹੈ। ਪਾਮ ਸੰਡੇ ਤੋਂ ਲਾ ਕੇ ਪ੍ਰਭੂ ਯਿਸੂ ਜੀ ਦੇ ਉੱਠਣ ਤੱਕ ਇਸ ਨੂੰ ਜਿਹੜਾ ਹੈ ਪਵਿੱਤਰ ਹਫ਼ਤਾ ਗਿਣਿਆ ਜਾਂਦਾ ਹੈ। ਸੋ ਅਸੀਂ ਅੱਗੇ ਚੱਲਦੇ ਹਾਂ। ਜਾਂ 50 ਦਾ ਖਾਣਾ ਜਿਹੜਾ ਉਹਨਾਂ ਨੇ ਤਿਆਰ ਕੀਤਾ। ਠੀਕ ਹੈ ਜੀ। ਵੀਰਵਾਰ ਦੇ ਉਹਨਾਂ ਪੁੱਛਿਆ ਪ੍ਰਭੂ ਨੂੰ ਕਿੱਥੇ ਤਿਆਰ ਕਰੀਏ। ਪ੍ਰਭੂ ਨੇ ਦੱਸਿਆ ਫਲਾਣੇ ਦੇ ਘਰ ਵਿੱਚ ਜਾਓ ਉੱਥੇ ਤਿਆਰ ਕਰੋ ਅਤੇ ਪ੍ਰਭੂ ਯਿਸੂ ਜੀ ਹੁਣ ਖਾਣਾ 26 ਜਿਹੜਾ ਚੈਪਟਰ ਆ ਉਹਦੇ 18-33 ਵੀ ਲਿਖਿਆ ਪ੍ਰਭੂ ਯਿਸੂ ਜੀ ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਠੀਕ ਹੈ ਜੀ ਆਪਣੇ ਚੇਲਿਆਂ ਨਾਲ ਜਿਹੜਾ ਖਾਣਾ ਖਾਣ ਲਈ ਉਹਨਾਂ ਨੂੰ ਚੇਲਿਆਂ ਨੇ ਤਿਆਰ ਕੀਤਾ ਅਤੇ ਫਿਰ ਉਹਨਾਂ ਨੇ ਕੀ ਕੀਤਾ ਹੈ ਜਾਂ ਤਿਆਰ ਹੋ ਗਿਆ ਅਤੇ ਸਾਂਝ ਦੇ ਵੇਲੇ ਸਾਂਝ ਜਿਹਨੂੰ ਸ਼ਾਮ ਕਹਿੰਦੇ ਪ੍ਰਭੂ ਯਿਸੂ ਦੇ 12 ਚੇਲਿਆਂ ਨਾਲ ਉਹ ਖਾਣਾ ਖਾ ਰਿਹਾ ਸੀ ਅਤੇ ਉਸ ਵਕਤ ਪ੍ਰਭੂ ਯਿਸੂ ਜੀ ਨੇ ਕਿਹਾ ਕਿ ਮੈਂ ਸੱਚ ਆਖਦਾ ਮੈਂ ਤੁਹਾਨੂੰ ਸੱਚ ਆਖ ਤੁਹਾਡੇ ਵਿੱਚੋਂ ਇੱਕ ਹੈ ਜਿਹੜਾ ਮੈਨੂੰ ਫੜਾਏਗਾ। ਇਹ ਉਹਨੇ ਪ੍ਰਭੂ ਯਿਸੂ ਮਸੀਹ ਜੀ ਨੇ ਯਹੂਦਾ ਇਸਕਰਿਓਤੀ ਬਾਰੇ ਗੱਲ ਕੀਤੀ ਸੀ। ਤਦ ਕੀ ਹੋਇਆ ਜੇ ਅਸੀਂ ਮਤੀ 26 ਦੀ ਜਿਹੜਾ ਹੈ 26 ਦੀ 14 ਤੋਂ ਲਾ ਕੇ 16 ਤੱਕ ਪੜ੍ਹੀਏ ਤਾਂ ਉੱਥੇ ਲਿਖਿਆ ਕਿ ਜਿਹੜਾ ਯਹੂਦਾ ਇਸਕਰਿਓਤੀ ਪ੍ਰਧਾਨ ਜਾਜਕਾਂ ਅਤੇ ਜਿਹੜੇ ਗ੍ਰੰਥੀਆਂ ਅਤੇ ਬਜ਼ੁਰਗਾਂ ਕੋਲ ਜਾ ਕੇ ਕਹਿਣ ਲੱਗਾ ਜੇ ਮੈਂ ਯਿਸੂ ਨੂੰ ਤੁਹਾਡੇ ਹੱਥ ਫੜਾ ਜਾਂ ਮੈਨੂੰ ਕੀ ਦਿਓਗੇ ਤਾਂ ਉਹਨਾਂ ਨੇ ਤੋਲ ਕੇ ਉਸ ਨੂੰ 30 ਰੁਪਈਏ ਦਿੱਤੇ। ਤਦ ਜਿਹੜਾ ਯਹੂਦਾ ਇਸਕਰਿਓਤੀ ਪ੍ਰਭੂ ਯਿਸੂ ਦੇ ਫੜਾਉਣ ਦਾ ਦਾਅ ਲੱਭਦਾ ਸੀ। ਸੋ ਹੋਇਆ ਕਿ ਜਾਂ ਪ੍ਰਭੂ ਯਿਸੂ ਜੀ ਵੀਰਵਾਰ ਦੇ ਦਿਨ ਭੋਜਨ ਖਾ ਲਿਆ ਅਤੇ ਫਸਹ ਦੇ ਦਿਨ ਫਤੀਰੀ ਰੋਟੀ ਦੇ ਪਹਿਲੇ ਦਿਨ ਜਿਹੜਾ ਫਸਹ ਜਿਹਨੂੰ ਆਖਦੇ ਆ ਖਾ ਕੇ ਜਦੋਂ
ਉਹ ਜੈਤੂਨ ਦੇ ਪਹਾੜ ਗਏ ਤਾਂ ਉੱਥੇ ਜਿਹੜਾ ਹੈ ਯਹੂਦਾ ਨੇ ਉਹਨਾਂ ਪ੍ਰਧਾਨਾਂ ਨੂੰ ਜਿਹੜੀ ਨਿਸ਼ਾਨੀ ਦੱਸੀ ਸੀ ਜਾਂ ਜਗ੍ਹਾ ਦੱਸੀ ਸੀ, ਉੱਥੇ ਆਏ ਅਤੇ ਉਸ ਨੂੰ ਫੜ ਲਿਆ। ਇਹ 26 ਵਿੱਚ ਲਿਖਿਆ ਹੈ। ਫਿਰ 27 ਵਿੱਚ ਲਿਖਿਆ, 26 ਵਿੱਚ ਹੀ ਲਿਖਿਆ ਹੈ ਕਿ ਉਹਨੂੰ ਫੜਨ ਤੋਂ ਬਾਅਦ ਉਹ ਸਾਰੀ ਰਾਤ ਉਸ ਦੇ ਉੱਤੇ ਟਿਚਰਾਂ ਮਜ਼ਾਕ ਥੁੱਕਦੇ ਕੋੜੇ ਮਾਰਦੇ ਰਹੇ ਅਤੇ ਉਸ ਦੇ ਸਿਰ ਉੱਤੇ ਕੰਡਿਆਂ ਦਾ ਤਾਜ ਰੱਖਿਆ ਅਤੇ ਕਾਨੇ ਮਾਰਿਆ ਅਤੇ ਆਖਿਆ ਕਿ ਹੇ ਰਾਜਾ, ਸਾਨੂੰ ਦੱਸ ਤੈਨੂੰ ਕਿਹਨੇ ਮਾਰਿਆ ਹੈ। ਪਰ ਪ੍ਰਭੂ ਯਿਸੂ ਜੀ ਆਪਣੇ ਮੂੰਹੋਂ ਕੁਝ ਨਹੀਂ ਬੋਲੇ, ਕਿਉਂਕਿ ਉਹਨਾਂ ਨੇ ਆਖਿਆ ਸੀ ਕਿ ਮਨੁੱਖ ਦਾ ਮੈਂ ਜਿਹੜਾ ਹੈ ਤੁਰੇਤ ਅਤੇ ਨਵੀਆਂ ਨੂੰ ਖੰਡਣ ਨਹੀਂ ਆਇਆ, ਤੁਰੇਤ ਨਵੀਆਂ ਤੇ ਜਵਾਨ ਖੰਡ ਨਹੀਂ, ਬਲਕਿ ਮੈਂ ਪੂਰਿਆਂ ਕਰਨ ਨੂੰ ਆਇਆ ਹੈ। ਜਿੰਨਾ ਚਿਰ ਸਭ ਕੁਝ ਪੂਰਾ ਨਾ ਹੋ ਲਵੇ ਉਹਨਾਂ ਚਿਰ ਤੁਰੇਤ ਨਵੇਂ ਤੇ ਜ਼ਬੂਰਾਂ ਦੀ ਇੱਕ ਵੀ ਬਿੰਦੀ ਜਾਂ ਅੱਖਰ ਨਹੀਂ ਟਲੇਗਾ। ਇਸ ਲਈ ਕੀਤਾ। ਸੋ ਉਸ ਤੋਂ ਬਾਅਦ ਜਾਂ 27-32 ਵਿੱਚ ਲਿਖਿਆ ਹੈ, ਜਾਂ ਦਿਨ ਚੜ੍ਹਿਆ ਤਾਂ ਉਹਨਾਂ ਮਮੀ ਸਵੇਰ ਹੋਇਆ ਸੁਖਤਾ 6 ਵਜੇ ਤੋਂ ਦਿਨ ਚੜ੍ਹਦਾ ਯਹੂਦੀ ਕੈਲੰਡਰ ਦੇ ਅਨੁਸਾਰ 6 ਵਜੇ ਸਵੇਰ ਤੋਂ। ਤਾਂ ਉਹਨਾਂ ਨੇ ਕੀ ਕੀਤਾ ਹੈ, ਯਿਸੂ ਨੂੰ ਬੰਨ੍ਹ ਕੇ ਪਿਲਾਤੁਸ ਹਾਕਮ ਦੇ ਹਵਾਲੇ ਕੀਤਾ ਅਤੇ ਉਸ ਵਕਤ ਪਿਲਾਤੁਸ ਨੇ ਉਹਦੀ ਪਰਖ ਕੀਤੀ ਅਤੇ ਆਖਿਆ ਕਿ ਮੈਂ ਇਸ ਵਿੱਚ ਕੋਈ ਕਸੂਰ ਨਹੀਂ ਦੇਖਦਾ ਅਤੇ ਇਸ ਨੂੰ ਜਿਹੜਾ ਹੈਗਾ ਮੈਂ ਪਰ ਦੂਜੇ ਪਾਸੇ ਜਿਹੜੇ ਪ੍ਰਧਾਨ ਜਾਤ ਅਤੇ ਗ੍ਰੰਥੀ ਉਹ ਅਤੇ ਉਹਨਾਂ ਦੇ ਜਿਹੜੇ ਬਾਕੀ ਦੇ ਲੋਕ ਉਹਨਾਂ ਦੇ ਨਾਲ ਦੇ ਉੱਚੀ ਉੱਚੀ ਰੌਲੀ ਪਾਉਣ ਅਤੇ ਜਿਹੜਾ ਹੈ ਖੇਡ ਆਉਣ ਲੱਗੇ ਬਈ ਇਸ ਨੂੰ ਸਲੀਬ ਦਿਓ ਤਾਂ ਜਿਹੜਾ ਹੈ ਹਾਕਮ ਨੇ ਪਿਲਾਤੁਸ ਹਾਕਮ ਨੇ ਉਹਨਾਂ ਨੂੰ ਕਿਹਾ ਕਿ ਮੈਂ ਨਹੀਂ, ਅਤੇ ਇਸ ਨੂੰ ਤੁਸੀਂ ਆ ਜਾਓ, ਤੁਹਾਡੀ ਜਿਹੜੀ ਸ਼ਰ੍ਹਾ ਹੈ ਉਹਦੇ ਮੁਤਾਬਕ ਜੋ ਮਰਜ਼ੀ ਕਰੋ। ਤਾਂ ਉਹ ਕਹਿੰਦੇ ਅਸੀਂ ਸ਼ਰ੍ਹਾ ਦੇ ਮੁਤਾਬਕ, ਸਾਡੀ ਸ਼ਰ੍ਹਾ ਦੇ ਮੁਤਾਬਕ ਜਿਹੜਾ ਉਹਨਾਂ ਨੇ ਕੀ ਕੀਤਾ ਕਿ ਇਹਦਾ ਜਿਹੜਾ ਪਾਪ ਹੈ, ਉਹਨੇ ਕਿਹਾ ਕਿ ਇਹਦਾ ਜਿਹੜਾ ਤੁਹਾਨੂੰ ਮੈਂ ਇਸ ਨੂੰ ਦੋਸ਼ੀ ਨਹੀਂ, ਮੈਂ ਇਸ ਵਿੱਚ ਕੋਈ ਦੋਸ਼ ਨਹੀਂ ਦੇਖਦਾ ਅਤੇ ਆਪਣੇ ਹੱਥ ਉੱਤੇ ਅਤੇ ਆਖਿਆ ਕਿ ਮੈਂ ਇਸ ਪਾਪ ਤੋਂ ਬਚੀ ਹਾਂ, ਤੁਸੀਂ ਜਾਣੋ ਤਾਂ ਉਸ ਨੂੰ ਲੈ ਜਾਓ ਅਤੇ ਸਲੀਬ ਦਿਓ, ਇਹਦਾ ਪਾਪ ਤੁਹਾਡੇ ਉੱਤੇ। ਉਹਨਾਂ ਨੇ ਕਿਹਾ ਹਾਂ, ਸਾਡੇ ਅਤੇ ਸਾਡੀ ਔਲਾਦ ਉੱਤੇ ਹੋਵੇ। ਅਤੇ ਉਹਨਾਂ ਨੇ ਕੀ ਕੀਤਾ ਹੈ, ਸ਼ੁੱਕਰਵਾਰ ਨੂੰ, ਕਿਉਂਕਿ ਸਵੇਰ ਦੇ 6 ਵਜੇ ਉੱਤੇ ਲਗਾਇਆ, 9 ਵਜੇ ਜਿਹੜਾ ਹੈ ਸਵੇਰ ਨੂੰ ਜਿਹੜਾ ਸ਼ੁੱਕਰਵਾਰ ਨੂੰ ਸਲੀਬ ਉੱਤੇ ਚੜ੍ਹਾਇਆ ਅਤੇ ਸ਼ੁੱਕਰਵਾਰ ਨੂੰ 12 ਤੋਂ 3 ਵਜੇ ਤੱਕ ਧਰਤੀ ਉੱਤੇ ਹਨੇਰਾ ਰਿਹਾ ਅਤੇ ਸ਼ੁੱਕਰਵਾਰ ਨੂੰ 3 ਵਜੇ ਦੇ ਟਾਈਮ ਉੱਤੇ ਪ੍ਰਭੂ ਯਿਸੂ ਨੇ ਆਪਣੀ ਜਾਨ ਦੇ ਦਿੱਤੀ ਸਲੀਬ ਉੱਤੇ। ਅਤੇ ਫਿਰ 3 ਤੋਂ ਲੈ ਕੇ 6 ਵਜੇ ਦੇ ਪਹਿਲੇ ਉਹਦੀ ਤਿਆਰੀ ਕਰਕੇ 6 ਵਜੇ ਤੋਂ ਪਹਿਲਾਂ ਉਸ ਨੂੰ ਕਬਰ ਵਿੱਚ ਰੱਖਿਆ ਗਿਆ। ਅਤੇ ਫਿਰ ਅਸੀਂ ਅੱਗੇ ਦੇਖੀਏ ਉਹਨਾਂ ਨੇ ਸ਼ੁੱਕਰਵਾਰ ਨੂੰ ਕੀ ਕੀਤਾ, ਰੱਖਿਆ ਗਿਆ। ਅਤੇ ਫਿਰ ਉਹ ਅੱਗੇ ਜੇ ਪੜ੍ਹੀਏ ਤਾਂ ਲਿਖਿਆ ਹੈ ਕਿ ਮਰੀਅਮ ਮਗਦਲੀਨੀ ਅਤੇ ਸੋਸ਼ਨੇਸ਼ ਦੀ ਮਾਤਾ ਮਰੀਅਮ ਉਸ ਕਬਰ ਨੂੰ ਦੇਖ ਰਹੀਆਂ ਸਨ। ਉਹਨਾਂ ਨੇ ਸੁਗੰਧਾਂ ਲਈਆਂ, ਤਿਆਰ ਕੀਤੀਆਂ ਅਤੇ ਜਿਹੜਾ ਹੈ ਸਬਤ ਦੇ ਦਿਨ ਹੁਕਮ ਦੇ ਅਨੁਸਾਰ ਮੀਨ ਸ਼ਨੀਚਰਵਾਰ ਨੂੰ ਆਰਾਮ ਕੀਤਾ। ਅਤੇ ਇਸੇ ਤਰ੍ਹਾਂ ਹੀ 6 ਵਜੇ ਤੋਂ ਪਹਿਲਾਂ ਜੋ 3 ਵਜੇ ਉਹਨਾਂ ਨੇ ਜਾਣ ਦਿੱਤੀ ਤਾਂ ਅਰਮਤੀਆ ਦਾ ਜਿਹੜਾ ਹੈਗਾ ਯੂਸੁਫ ਆ ਉਹ ਆਇਆ ਅਤੇ ਉਸ ਨੇ ਪਿਲਾਤੁਸ ਕੋਲੋਂ ਹਾਕਮ ਕੋਲੋਂ ਪ੍ਰਭੂ ਯਿਸੂ ਦੀ ਲੋਥ ਮੰਗੀ। ਪ੍ਰਭੂ ਯਿਸੂ ਨੇ ਸੂਬੇਦਾਰ ਕੋਲੋਂ ਪਤਾ ਕਰਕੇ ਉਹ ਲੋਥ ਕਿ ਮਰੇ ਨੂੰ ਕੁਛ ਦੇਰ ਹੋ ਗਈ ਸੀ ਤਾਂ ਉਹ ਲਾਤ ਜਿਹੜੀ ਯੂਸੁਫ ਨੂੰ ਦਵਾ ਦਿੱਤੀ ਅਤੇ ਯੂਸੁਫ ਨੇ ਮਹੀਨ ਕਪੜਾ ਮੁੱਲ ਲੈ ਕੇ ਸ਼ੁੱਕਰਵਾਰ ਨੂੰ ਉਸ ਨੂੰ ਉਹਦੇ ਵਿੱਚ ਲਪੇਟਿਆ ਅਤੇ ਜਿਹੜੇ ਮਸਾਲੇ ਸੀ, ਸੁਗੰਧਾਂ ਸੀ, ਉਹ ਵੀ ਜਿਹੜੀਆਂ ਹੈ ਉਸ ਉੱਤੇ ਮਲੀਆਂ, ਜਿਹੜੀਆਂ ਕਿ ਜੇ ਅਸੀਂ ਪੜ੍ਹੀਏ ਜਿਵੇਂ ਜਿਹੜਾ ਹੈ ਯਹੂਨਾ ਦਾ ਚੈਪਟਰ 3 ਦੀ ਕਿ ਪੜ੍ਹੀਏ ਤਾਂ ਉਸ ਵਿੱਚ ਉਸ ਨੂੰ ਲਪੇਟਿਆ ਅਤੇ ਕਬਰ ਵਿੱਚ ਰੱਖਿਆ ਅਤੇ ਉੱਥੇ ਉਹ ਜਿਹੜੀ ਮਰੀਅਮ ਮਗਦਲੀਨੀ ਅਤੇ ਦੂਸਰੀ ਮਰੀਅਮ ਜਿਹੜੀ ਯੋਸ਼ੇਸ਼ ਦੀ ਮਾਤਾ ਜੀ ਦੇਖ ਰਹੀਆਂ ਸਨ। ਉਹਨਾਂ ਨੇ ਸ਼ੁੱਕਰਵਾਰ ਨੂੰ ਸੁਗੰਧਾਂ ਤਿਆਰ ਕੀਤੀਆਂ, ਫਿਰ ਸ਼ਨੀਚਰਵਾਰ ਨੂੰ ਆਰਾਮ ਕੀਤਾ ਅਤੇ ਐਤਵਾਰ ਨੂੰ ਪਹਿਲੇ ਦਿਨ ਜਿਹੜਾ ਹੈ ਉਸ ਵਕਤ
ਸੁਗੰਧਾਂ ਲੈ ਕੇ ਆਈਆਂ ਤੇ ਉਸ ਵਕਤ ਜਿਹੜਾ ਹੈ ਉਸ ਦੇ ਉਹ ਆਈਆਂ ਤਾਂ ਉਹ ਜਦੋਂ ਕਬਰ 'ਤੇ ਆਈਆਂ ਇਸ ਵਕਤ 'ਤੇ ਤਾਂ ਉਹ ਕਬਰ ਦਾ ਬੂਹਾ ਖੁੱਲ੍ਹਾ ਸੀ ਤੇ ਉਹ ਜਾਂ ਅੰਦਰ ਵੇਖਣ ਬਣਿਆ ਤੇ ਯਿਸੂ ਦੀ ਲੋਥ ਉੱਥੇ ਨਹੀਂ ਸੀ। ਤਾਂ ਉਸ ਵਕਤ 2 ਭੜਕੀਲੇ ਪਹਿਨੇ ਦੂਤ ਜਿਹੜੇ ਆ ਮਨੁੱਖ ਜਿਹੜੇ ਆ ਉੱਥੇ ਪੱਥਰ ਦੇ ਉੱਤੇ ਬੈਠੇ ਸਨ। ਉਹਨਾਂ ਨੇ ਆਖਿਆ ਕਿ ਤੁਸੀਂ ਕਿਉਂ ਜਿਉਂਦਿਆਂ ਨੂੰ ਮਰੇ ਵਿੱਚ ਭਾਲਦੀਆਂ ਹੋ? ਉਹ ਇੱਥੇ ਹੈ ਨਹੀਂ, ਕਬਰ ਦੇਖੋ ਉਹ ਜੀ ਉੱਠਿਆ ਹੈ। ਜਿਵੇਂ ਉਸਨੇ ਤਾਂ ਚੇਤੇ ਕਰੋ ਕਿ ਉਸਨੇ ਕਿਵੇਂ ਗਲੀਲ ਵਿੱਚ ਹੁੰਦਿਆਂ ਤੁਹਾਨੂੰ ਆਖਿਆ ਸੀ ਕਿ ਮੈਂ ਤੀਏ ਦਿਨ ਜੀ ਉੱਠਾਂਗਾ ਅਤੇ ਆਪਣੇ ਜੀ ਉੱਠਣ ਤੋਂ ਪਹਿਲਾਂ ਗਲੀਲ ਵਿੱਚ ਤੁਹਾਨੂੰ ਮਿਲਾਂਗਾ। ਤੇ ਹੁਣ ਜਾਓ ਅਤੇ ਚੇਲਿਆਂ ਨੂੰ ਦੱਸੋ ਕਿ ਪ੍ਰਭੂ ਯਿਸੂ ਮਸੀਹ ਜੀ ਉੱਠਿਆ ਹੈ। ਸੋ ਇਹ ਹੈ ਪ੍ਰਭੂ ਯਿਸੂ ਮਸੀਹ ਦੇ ਜੀ ਉੱਠਣ ਦੀ ਗੱਲ। ਹਫਤੇ ਦੇ ਪਹਿਲੇ ਦਿਨ ਪ੍ਰਭੂ ਜੀ ਉੱਠੇ ਤੇ ਗੁੱਡ ਫਰਾਈਡੇ ਜਿਹਨੂੰ ਕਹਿੰਦੇ ਫਰਾਈਡੇ ਦਿਨ ਪ੍ਰਭੂ ਯਿਸੂ ਜੀ ਮਾਰੇ ਗਏ, ਦੱਬੇ ਗਏ ਅਤੇ ਫਿਰ ਐਤਵਾਰ ਨੂੰ ਜੀ ਉੱਠੇ। ਪਰ ਉਹਨਾਂ ਨੇ ਵੀਰਵਾਰ ਜਿਹੜਾ ਹੈ ਤਿਆਰੀ ਦੇ ਇੱਕ ਦਿਨ, ਸ਼ੁੱਕਰਵਾਰ ਦਾ ਦਿਨ ਤਿਆਰੀ ਦਾ ਦਿਨ ਹੈ। ਇੱਕ ਦਿਨ ਪਹਿਲਾਂ ਪਸਾਹ ਜਿਹੜਾ ਫਤੀਰੀ ਰੋਟੀ ਦਾ ਤਿਉਹਾਰ ਜਿਸ ਨੂੰ ਅਸੀਂ ਪਜਾ ਕਹਿੰਦੇ ਹਾਂ ਖਾਧਾ ਅਤੇ ਰਾਤ ਦੇ ਵੇਲੇ ਪ੍ਰਭੂ ਯਿਸੂ ਜੀ ਜਿਹੜਾ ਹੈ ਯਹੂਦਾ ਸਕੋਤੀ ਦੇ ਰਾਹੀਂ ਉਹਨਾਂ ਨੂੰ ਫੜਾਇਆ ਗਿਆ ਤਾਂ ਜੋ ਉਹ ਬਚਨ ਪੂਰੇ ਹੋਣ ਜਿਹੜੇ ਜ਼ਕਰਯਾ ਵਿੱਚ 11 ਦੀ ਚੈਪਟਰ 11 ਦੀ 12 ਤੇ 13 ਵਿੱਚ ਲਿਖਿਆ ਹੈ। ਯਹੂਦਾ ਜਿਹੜਾ ਹੈ ਯਹੂਦਾ ਸਕੋਤੀ ਉਸ ਨੇ ਕਿਹਾ ਕਿ ਜੇ ਮੈਂ ਉਸ ਨੂੰ ਤੁਹਾਨੂੰ ਫੜਾ ਦਿਆਂ ਤਾਂ ਮੈਨੂੰ ਕੀ ਦਿਓਗੇ? ਮੇਰੀ ਮਜ਼ਦੂਰੀ ਮੈਨੂੰ ਕਿਉਂ? ਉਹਨਾਂ ਨੇ ਤੋਲ ਕੇ 30 ਰੁਪਏ ਦੇ ਤੇ ਪਹਿਲਾਂ ਹੀ ਜ਼ਕਰਯਾ 11 ਚੈਪਟਰ 12 ਵਿੱਚ ਲਿਖਿਆ ਹੋਇਆ ਹੈ ਅਤੇ ਫਿਰ 13 ਵਿੱਚ ਲਿਖਿਆ ਹੈ। ਤਾਂ ਯਹੋਵਾ ਨੇ ਮੈਨੂੰ ਆਖਿਆ ਤੇ ਕਿ ਇਹਨਾਂ 30 ਰੁਪਈਆਂ ਨੂੰ ਕਿਵੇਂ ਹੱਥ ਦੇ ਅੱਗੇ ਸੁੱਟ ਦੇ, ਜਿਹੜਾ ਵੱਡਾ ਮੁੱਲ ਉਹਨਾਂ ਵਿੱਚੋਂ ਕਿੰਨਿਆਂ ਨੇ ਮੇਰਾ ਠਹਿਰਾਇਆ ਹੈ। ਤਾਂ ਉਸਨੇ ਉਹ 30 ਰੁਪਈਏ ਹੈਕਲ ਵਿੱਚ ਸੁੱਟ ਕੇ ਚਲੇ ਗਿਆ। ਸੋ ਅਤੇ ਆਪੇ ਫਾਹ ਲੈ ਕੇ ਮਰ ਗਿਆ। ਸੋ ਇਸ ਲਈ ਇਹ ਸਾਰੀਆਂ ਗੱਲਾਂ ਜਿਹੜੀਆਂ ਹੈ ਪ੍ਰਭੂ ਯਿਸੂ ਮਸੀਹ ਦੇ ਬਚਨਾਂ ਵਿੱਚ ਲਿਖੀਆਂ ਹੋਈਆਂ ਹਨ, ਦਰਜ ਹਨ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਪੈਨ ਪੈਨਸਲ ਲਓ, ਲਿਖੋ, ਇਸ ਨੂੰ ਚੈੱਕ ਕਰੋ ਬਾਈਬਲ ਵਿੱਚੋਂ। ਅਗਰ ਕੋਈ ਗੱਲ ਇਸ ਤਰੀਕੇ ਨਾਲ ਨਹੀਂ ਹੈ ਤਾਂ ਤੁਸੀਂ ਮੈਨੂੰ ਜਿਹੜਾ ਹੈ ਲਿਖ ਕੇ ਗਿਆਨ ਦੇ ਸਕਦੇ ਹਾਂ। ਮੈਂ ਵੀ ਇਨਸਾਨ ਹੈ, ਜ਼ਰੂਰੀ ਨਹੀਂ ਕਿ ਮੈਂ ਬਹੁਤ ਵੱਡਾ ਗਿਆਨਵਾਨ ਹੈ ਜਾਂ ਮੈਂ ਹੀ ਸਭ ਕੁਝ ਜਾਣਦਾ ਹੈ। ਮੇਰੇ ਤੋਂ ਵੀ ਕੁਛ ਨਾ ਕੁਛ ਜਿਹੜਾ ਹੈ ਬਿਆਨ ਕਰਨ ਤੋਂ ਰਹਿ ਸਕਦਾ, ਕਿਉਂਕਿ ਬਾਈਬਲ ਦੇ ਬਾਰੇ ਵਿੱਚ ਜਾਣਨਾ ਬਹੁਤ ਜ਼ਰੂਰੀ ਹੈ। ਪਰ ਕੋਈ ਨਾ ਕੋਈ ਗੱਲ ਹੋ ਸਕਦਾ ਕਿ ਮੈਂ ਤੁਹਾਨੂੰ ਬਿਆਨ ਨਾ ਕਰ ਸਕਿਆ ਹੋਵਾਂ। ਮਿਹਰਬਾਨੀ ਕਰਕੇ ਤੁਸੀਂ ਇਹਨਾਂ ਗੱਲਾਂ ਨੂੰ, ਇਹਨਾਂ ਸ਼ਬਦਾਂ ਨੂੰ, ਪਰਮੇਸ਼ਰ ਨੂੰ ਬਾਈਬਲ ਵਿੱਚੋਂ ਚੈੱਕ ਕਰੋ ਅਤੇ ਮੁੜ ਜਿਵੇਂ ਪ੍ਰਭੂ ਯਿਸੂ ਦੇ ਬਚਨ ਲਿਖਿਆ ਹੈ ਕਿ ਮਸੀਹ ਦਾ ਬਚਨ ਬਹੁਤਾ ਕਰਕੇ ਬੁੱਧ ਦੇ ਨਾਲ ਤੁਹਾਡੇ ਵਿੱਚ ਵਸੇ ਅਤੇ ਤੁਸੀਂ ਭਜਨਾਂ, ਜ਼ਬੂਰਾਂ ਤੇ ਆਤਮ ਗੀਤਾਂ ਦੁਆਰਾ ਇੱਕ ਦੂਜੇ ਨੂੰ ਉਪਦੇਸ਼ ਕਰਿਆ ਕਰੋ ਅਤੇ ਚਿਤਾਰਿਆ ਕਰੋ ਅਤੇ ਹਰੇਕ ਕੰਮ ਭਾਵੇਂ ਤੁਸੀਂ ਕੀ ਹੈ ਕਰੋ, ਭਾਵੇਂ ਬਚਨ ਭਾਵੇਂ ਕਰਮ ਸਭੋ ਹੀ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਕਰੋ ਅਤੇ ਉਸੇ ਰਾਹੀਂ ਪਿਤਾ ਪਰਮੇਸ਼ਰ ਯਿਸੂ ਮਸੀਹ ਦਾ ਧੰਨਵਾਦ ਕਰਿਆ ਕਰੋ। ਸੋ ਮੇਰਾ ਜੋ ਫਰਜ਼ ਹੈ ਪੂਰਾ ਹੋ ਗਿਆ ਹੈ। ਮੈਂ ਸਾਰਾ ਕੁਝ ਤੁਹਾਨੂੰ ਖੋਲ੍ਹ ਕੇ ਬਿਆਨ ਕਰ ਚੁੱਕਿਆ ਹਾਂ। ਇਸ ਲਈ ਇਹਨਾਂ ਗੱਲਾਂ ਨੂੰ ਚੈੱਕ ਕਰੋ ਅਤੇ ਉਹਨਾਂ ਨਬੀਆਂ ਨੂੰ ਜਾਂ ਉਹਨਾਂ ਸੇਵਕਾਂ ਨੂੰ ਜਿਹੜੇ ਝੂਠਾ ਹੀ ਪ੍ਰਭੂ ਯਿਸੂ ਜੀ ਨੂੰ ਬੁੱਧਵਾਰ ਨੂੰ ਸਲੀਬ ਉੱਤੇ ਚੜ੍ਹਾਏ ਜਾਣ, ਮਾਰੇ ਜਾਣ, ਦੱਬੇ ਜਾਣ ਦੇ ਬਾਰੇ ਵਿੱਚ ਬਾਈਬਲ ਦੇ ਬਚਨਾਂ ਤੋਂ ਬਾਹਰ ਹੀ ਲਿਖੀ ਜਾਂਦੇ ਨੇ, ਆਪਣੇ ਗਿਆਨ ਦੇ ਅਨੁਸਾਰ ਲਿਖਦੇ ਹਨ। ਕੁਝ ਲੋਕ ਵੀਰਵਾਰ ਨੂੰ ਆਖਦੇ ਹਨ। ਉਹਨਾਂ ਦਾ ਤੁਸੀਂ ਜਿਹੜਾ ਹੈ ਜਵਾਬ ਦੇ ਸਕੋ, ਉਹਨਾਂ ਨੂੰ ਤੁਸੀਂ ਸਹੀ ਸਿੱਖਿਆ ਦੇ ਸਕੋ। ਆਓ ਅੱਜ ਮਸੀਹ ਪ੍ਰਭੂ ਯਿਸੂ ਜੀ ਦੇ ਮਹਾਨ ਦਿਨ ਉੱਤੇ ਮੈਂ ਤੁਹਾਨੂੰ
ਸਭਨਾਂ ਨੂੰ ਹੀ ਪ੍ਰਭੂ ਯਿਸੂ ਮਸੀਹ ਜੀ ਦੇ ਬਲੀਦਾਨ ਦੇ ਦਿਨ ਅਤੇ ਪ੍ਰਭੂ ਯਿਸੂ ਜੀ ਦੇ ਜੀ ਉਠਣ ਦੇ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਜੈ ਮਸੀਹ ਆਖਦਾ ਹਾਂ। ਆਮੀਨ।